श्री वाहिगुरु साहिब जीओ। महला पहला। राती होवन कालियां सो पिता सेवन। देहो बक्का तप कण काले काले वन। राती होवन कालियां। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़न बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। सब तो पहला अज सोढ़ी सुल्तान पातशाह श्री अमृतसर साहिब नगर दे वसाउण हारे चौथे सतगुरु श्री गुरु रामदास साहिब जी महाराज दे अवतार गुरपुरब दी आप सब संगतां नूं लख लख वधाई होवे। आओ लड़ीवार कथा विच हाज़री लवाओ जी। उचारण करो सतनाम श्री वाहिगुरु जी। सतनाम श्री वाहिगुरु साहिब जीओ। महला पहला। पहले पातशाह धन धन सतगुरु नानक देव साहिब जी महाराज जिन्हां दे चरनां विच सिखां ने प्रशन कीता कि सतगुरु जी सुभाव बदलते नहीं हैं। ये मन जिहड़ा है चलत कत टेढ़े 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 मर्यादा तो हमेशा उल्ट चलता है। कुत्ते की पूंछ वर्गा किसी ने 12 साल वंजली च पा रखी वो टेढ़ी दी टेढ़ी रही। नावें पातशाह श्री गुरु तेग बहादुर महाराज ये दृष्टांत अपनी बाणी में दिंदे ने। स्वान पोष ज्यों भयो ना सुधो बहुत यतन मैं कीनो। हे महाराज मैं इन्ने यतन किए ने कि मन मेरा सीधा हो जाए ते पर जिवें कुत्ते की पूछ सीधी नहीं हुंदी इउं साडे मन का सुभाव है ये बदलता नहीं है। सगों के जिहदे ते वाहिगुरु की कृपा होवे वो तां इको ही बचन नाल सुधर जाता है। पर जे महाराज की निगाह सवली ना होवे तां सुन सुन के बंदा अक जांदा पक जांदा ये तां नित दा काम ही है। तो इस वास्ते उन्होंने रौला गिनता है। शब्द न सुनई बहु रोल कचोड़ा। आपदे रोल कचोले विच शब्द नूं सुनदा नहीं है। सो ऐसे सुभाव हैं जो चेंज नहीं होंदे। आप कृपा करो तो सतगुरु महाराज जी ये शब्द उच्चारण कर रहे हैं। आप प्यार नाल सुनो। राती होवन कालियां
ਹੇ ਭਾਈ, ਜੇ ਰਾਤਾਂ ਬਹੁਤ ਕਾਲੀਆਂ ਘੁੱਪ ਹਨੇਰੇ ਵਾਲੀਆਂ ਹੋਣ, ਪੇਦਾ ਸੇਵਨ ਪਰ ਚਿੱਟੀਆਂ ਚੀਜ਼ਾਂ ਦੇ ਉਹ ਜਿਹੇ ਭਾਵ ਚਿੱਟੇ ਰੰਗ ਹੀ ਰਹਿੰਦੇ ਹਨ। ਦੇਹੋਂ ਬੱਗਾ ਤਬੈ ਕਣ ਚਿੱਟਾ ਦਿਨ ਭਾਵੇਂ ਬਹੁਤ ਤਪਦਾ ਵੀ ਹੋਵੇ, ਕਾਲੇ ਅਕਾਲੇ ਬਨ ਪਰ ਕਾਲੀਆਂ ਚੀਜ਼ਾਂ ਦੇ ਕਾਲੇ ਰੰਗ ਹੀ ਰਹਿੰਦੇ ਹਨ। ਇਸੇ ਪ੍ਰਕਾਰ ਰਾਤੀ ਹੋਵਨ ਕਾਲੀਆਂ ਭਾਵੇਂ ਕੁਸੰਗਤ ਰੂਪ ਬਹੁਤੀਆਂ ਕਾਲੀਆਂ ਰਾਤਾਂ ਹੋਣ, ਪੇਦਾ ਸੇਵਨ ਪਰ ਸਫੇਦਾ ਨਿਰਮਲ ਉਜਲ ਚਿੱਤ ਵਾਲੇ ਮਹਾਤਮਾ ਜਨਾਂ ਦਾ ਉਹੋ ਜਿਹਾ ਉਜਲ ਤੁਰਿਆ ਪਦ ਰੂਪ ਰੰਗ ਚੜ੍ਹਿਆ ਰਹਿੰਦਾ ਹੈ। ਦੇਹੋ ਬੱਗਾ ਤਬੈ ਕਣ ਜੇਕਰ ਸਤ ਸੰਗਤ ਰੂਪ ਚਿੱਟਾ ਦਿਨ ਬਹੁਤ ਤੇਜ ਪ੍ਰਤਾਪ ਦੇ ਸੰਯੁਕਤ ਹੈ, ਕਾਲੇ ਅਕਾਲੇ ਵਨ ਪਰ ਪਾਪਾਂ ਕਰਕੇ ਕਾਲੇ ਮਨ ਵਾਲਿਆਂ ਦੇ ਕਾਲੇ ਰੰਗ ਹੀ ਰਹਿੰਦੇ, ਭਾਵ ਉਹ ਕੁਸੰਗੀ ਹੀ ਰਹਿੰਦੇ ਹਨ। ਰਾਤੀ ਹੋਵਨ ਕਾਲੀਆਂ ਇਸੇ ਤਰ੍ਹਾਂ ਤੀਜੇ ਅਰਥ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਾਵੇਂ ਕਲਯੁਗ ਦੇ ਜ਼ਮਾਨੇ ਵਿੱਚ ਬਹੁਤੇ ਪਾਪਾਂ ਕਰਕੇ ਕਾਲੀਆਂ ਬੋਲੀਆਂ ਰਾਤਾਂ ਹੋ ਰਹੀਆਂ ਹਨ, ਵੇਦਾ ਸੇਵਨ ਪਰ ਗੁਰਮੁਖ ਜਨ ਉਜਲ ਸਰੂਪ ਵਾਲੇ ਹੀ ਰਹਿੰਦੇ ਨੇ। ਉਹਨਾਂ ਨੂੰ ਉਹੋ ਜਿਹਾ ਹੀ ਭੂਮਿਕਾ ਰੂਪ ਰੰਗ ਚੜ੍ਹਦਾ ਹੈ। ਦੇਹੋ ਬੱਗਾ ਤਬੈ ਕਣ ਭਾਵੇਂ ਬਾਕੀ ਦੇ ਤਿੰਨੇ ਯੁੱਗ ਸਤਯੁਗ ਤ੍ਰੇਤਾ ਦੁਆਪਰ ਚਿੱਟੇ ਦਿਨ ਵਾਂਗ ਬਹੁਤ ਤਪਦੇ ਸਨ, ਭਾਵ ਉਹਨਾਂ ਯੁੱਗਾਂ ਵਿੱਚ ਜਪ ਤਾਂ ਬਹੁਤ ਹੁੰਦਾ ਸੀ, ਕਾਲੇ ਅਕਾਲੇ ਵਨ ਪਰ ਕਾਲੇ ਅਗਿਆਨੀ ਪੁਰਖਾਂ ਦੇ ਚਿੱਤ ਉਹਨਾਂ ਯੁੱਗਾਂ ਵਿੱਚ ਵੀ ਕਾਲੇ ਰੰਗ ਦੇ ਹੀ ਰਹੇ ਸਨ। ਦੇ ਅਕਾਲੀ ਬਾਹਰੇ ਜੋ ਅਗਿਆਨੀ ਪੁਰਖ ਅਕਲ ਤੋਂ ਬਗੈਰ ਹਨ, ਮੂਰਖ ਅੰਧ ਗਿਆਨ ਉਹਨਾਂ ਮੂਰਖ ਬੇਸਮਝ ਪੁਰਖਾਂ ਦਾ ਅੰਧਤਾਈ ਵਾਲਾ ਹੀ ਗਿਆਨ ਹੈ। ਨਾਨਕ ਨਦਰੀ ਬਾਹਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹਨ, ਕਬ ਹੈ ਨਾ ਪਾਵਹਿ ਮਾਨ ਉਹ ਕਦੇ ਵੀ ਲੋਕ ਪਰਲੋਕ ਦੇ ਵਿੱਚ ਮਾਣ ਸਤਿਕਾਰ ਆਦਰ ਭਾਵ ਨਹੀਂ ਪਾ ਸਕਦੇ। ਇਹ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਹੈ। ਕਾਇਆ ਕੋਟ ਰਚਾਇਆ ਇਹ ਜੋ ਕਾਇਆ ਦੇਹ ਰੂਪੀ ਕਿਲਾ ਹੈ, ਇਹ ਵਾਹਿਗੁਰੂ ਜੀ ਨੇ ਬਣਾਇਆ ਹੈ। ਹਰ ਸੱਚਾ ਆਪੇ ਜਿਹੜਾ ਹਰੀ ਸੱਚਾ ਪਰਮੇਸ਼ਰ ਹੈ, ਆਪ ਹੀ ਆਪਣੇ ਨਾਲ ਮਿਲਣ ਵਾਸਤੇ ਇਹ ਦੇਹ ਰੂਪ ਕਿਲਾ ਬਣਾਇਆ ਹੈ ਤੇ ਮਨੁੱਖ ਨੂੰ ਦਿੱਤਾ ਹੈ ਕਿ ਹੇ ਜੀਵ, ਤੂੰ ਇਸ ਦੇਹ ਨੂੰ ਪਾ ਕੇ ਕੋਈ ਦਾਨ ਕਰ, ਕੋਈ ਪੁੰਨ ਕਰ, ਕੋਈ ਭਲੇ ਦਾ ਕਰਮ ਕਰ, ਕੋਈ ਪਰ ਉਪਕਾਰ ਕਰ, ਨਾਮ ਜਪ, ਸੇਵਾ ਸਿਮਰਨ ਦੁਆਰਾ ਤੂੰ ਮੈਨੂੰ ਮਿਲ ਪਾਓ। ਇੱਕ ਦੂਜੇ ਪਾਏ ਖੁਆਈਆਂ ਪਰ ਇੱਕ ਨਾ ਕਈਆਂ ਮਨੁੱਖਾਂ ਨੂੰ ਜਨਮ ਵਿੱਚ ਪਾ ਕੇ ਦਵੈਤ ਭਾਵ ਦੇ ਵਿੱਚ ਲਗਾ ਕੇ ਆਪਣੇ ਵੱਲੋਂ ਉਹਦੇ ਕਰਮਾਂ ਦੇ ਅਨੁਸਾਰ ਵਾਹਿਗੁਰੂ ਜੀ ਨੇ ਖੁਦ ਹੀ ਭੁਲਾਇਆ ਹੋਇਆ ਹੈ। ਮੈਂ ਵਿੱਚ ਵੀ ਆਪੇ ਉਹ ਹੰਗਤਾ ਮਮਤਾ ਵਿੱਚ ਹੀ ਲੱਗੇ ਫਿਰਦੇ ਹਨ। ਇਹੋ ਮਾਨਸ ਜਨਮ ਦੁਲੰਭ ਸਾ ਇਹ ਮਨੁੱਖਾ ਜਨਮ ਬਹੁਤ ਕਠਿਨਤਾਈ ਨਾਲ ਲੱਭਾ ਸੀ, ਮਨ ਮੁਖ ਸੰਤਾਪੇ ਪਰ ਮਨਮੁਖ ਜੀਵ ਮਨਮੁਖਤਾ ਕਰਕੇ ਭਲੀ ਪ੍ਰਕਾਰ ਦੁਖੀ ਹੁੰਦੇ ਰਹਿੰਦੇ ਹਨ। ਜਿਸ ਆਪ ਬੁਝਾਏ ਸੋ ਬੁਝਸੀ ਜਿਸ ਨੂੰ ਪਰਮਾਤਮਾ ਆਪ ਆਪਣੇ ਸਰੂਪ ਸਮਝਾਉਂਦਾ ਉਹੀ ਸਮਝਦਾ ਹੈ। ਜਿਸ ਸਤਿਗੁਰ ਥਾਪੇ ਪਰ ਜਿਸ ਨੂੰ ਸਤਿਗੁਰੂ ਰੂਪ ਦੇ ਵਿੱਚ ਆਪ ਉਪਦੇਸ਼
ਸਰੂਪ ਦੇ ਵਿੱਚ ਸਥਿਤ ਕਰਦਾ ਹੈ ਉਹੀ ਸਮਝਦਾ ਹੈ। ਸਭ ਜਗ ਖੇਲ ਰਚਾਇਓ ਨਾ। ਪਰਮੇਸ਼ਰ ਨੇ ਸਾਰਾ ਜਗਤ ਇੱਕ ਖੇਡ ਦੀ ਤਰ੍ਹਾਂ ਰਚਾਉਣਾ ਕੀਤਾ ਹੈ। ਸਭ ਵਰਤੈ ਆਪੇ। ਔਰ ਆਪ ਹੀ ਸਾਰੇ ਜਗਤ ਵਿੱਚ ਵਰਤ ਰਿਹਾ, ਵਿਆਪਕ ਹੋ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਓੰਕਾਰ। ਸ਼ਲੋਕ ਮਹੱਲਾ ਪਹਿਲਾ। ਇੱਕ ਦਿਨ ਕੁਝ ਸਿੱਧ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਏ ਔਰ ਉਹਨਾਂ ਗੁਰੂ ਸਾਹਿਬਾਂ ਨੂੰ ਮੱਥਾ ਟੇਕ ਕੇ ਕੁਝ ਸਵਾਲ ਕੀਤੇ ਕਿ ਮਹਾਰਾਜ ਜੀ ਕਲਯੁਗ ਦਾ ਵਰਤਾਰਾ ਕਿਹੋ ਜਿਹਾ ਹੋਵੇਗਾ। ਤਾਂ ਉੱਤਰ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੂਹੀ ਦੀ ਵਾਰ ਦਾ ਇਹ 14ਵੇਂ ਨੰਬਰ ਵਾਲਾ ਪਾਵਨ ਸ਼ਲੋਕ ਉਚਾਰਿਆ। ਚੋਰਾ ਜਾਰਾ ਰੰਡੀਆਂ। ਹੇ ਭਾਈ, ਕਲਯੁਗ ਦੇ ਵਿੱਚ ਚੋਰੀ ਕਰਨ ਵਾਲਿਆਂ ਅਤੇ ਜਿਹੜੇ ਯਾਰ ਵਿਭਚਾਰੀ ਪੁਰਸ਼ ਹਨ, ਰੰਡੀਆਂ ਵੇਸ਼ਵਾਵਾਂ ਅਤੇ ਕੁੱਟਣੀਆਂ ਫਫੇ ਕੁੱਟਣੀਆਂ, ਜੋ ਪਤ ਵਰਤਾ ਧਰਮ 'ਚ ਪਰਪੱਕ ਬੀਬੀ ਅਤੇ ਉਹ ਪਤੀ ਪਤਨੀ ਦੇ ਮਨ ਵਿੱਚ ਦੁਬਿਧਾ ਪਾ ਦਿੰਦੀਆਂ ਨੇ। ਚੰਗੇ ਭਲੇ ਘਰ 'ਚ ਲੜਾਈ ਪਾ ਕੇ ਅਤੇ ਆਪ ਪ੍ਰਧਾਨ ਬਣ ਜਾਂਦੀਆਂ। ਉੱਧਰ ਦੀ ਗੱਲ ਉੱਧਰ, ਉੱਧਰ ਦੀ ਉੱਧਰ। ਸੋ ਇਹ ਕਲਯੁਗੀ ਜੀਵਨ ਦਾ ਵਰਤਾਰਾ ਹੋਵੇਗਾ। ਸੋ ਜਿੰਨਾ ਚਿਰ ਆਪ ਦਾ ਸਰੀਰ ਕੰਮ ਕਰੇਗਾ ਉਹਨਾਂ ਚਿਰ ਤਾਂ ਆਪ ਖੇ ਖਾਣਗੀਆਂ, ਅਤੇ ਜਦ ਸਰੀਰ ਕੰਮ ਕਰਨੋਂ ਹਟ ਗਿਆ ਅਤੇ ਦੂਜਿਆਂ ਨੂੰ ਪ੍ਰੇਰ ਕੇ ਵਿਭਚਾਰ ਕਰਾਉਣਗੀਆਂ। ਇਹੋ ਜਿਹੀਆਂ ਦਾ ਨਾਮ ਹੈ ਫਫੇ ਕੁੱਟਣੀਆਂ। ਜੋ ਇਹੋ ਜਿਹੇ ਲੋਕਾਂ ਦੀ ਕਲਯੁਗ ਦੇ ਵਿੱਚ ਕਚਹਿਰੀ ਲੱਗਿਆ ਕਰੇਗੀ, ਉਹੀ ਸਾਰੇ ਮੁਖੀਏ ਹੋਣਗੇ। ਇਸੇ ਤਰ੍ਹਾਂ ਚੋਰਾ ਜਾਰਾ ਰੰਡੀਆਂ। ਚੋਰਾਂ ਦੀ ਵਿਆਖਿਆ ਤੁਸਾਂ ਨੇ ਕੱਲ੍ਹ ਸਰਵਣ ਕੀਤੀ ਹੈ। ਕਵਿਤਾ ਦੇ ਚੋਰ ਇਸੇ ਤਰ੍ਹਾਂ। ਸੋ ਕਿਸੇ ਦਾ ਅਰਥ ਚੁਰਾ ਲੈਣਾ, ਕਿਸੇ ਦਾ ਭਾਵ ਚੁਰਾ ਲੈਣਾ, ਕਿਸੇ ਦਾ ਨਾਮ ਬਦਲ ਦੇਣਾ। ਅਤੇ ਇੱਕ ਨਾਮ ਦੇ ਚੋਰਾਂ ਬਾਰੇ ਵੀ ਗੱਲ ਆਈ ਸੀਗੀ ਕਿ ਨਾਮ ਦੁਰਾਏ ਚੱਲੇ ਸੋ ਚੋਰ। ਜਿਹੜੇ ਨਾਮ ਨੂੰ ਛੁਪਾ ਕੇ ਚੱਲਦੇ ਨੇ ਉਹ ਚੋਰਾਂ ਦੀ ਤਰ੍ਹਾਂ ਹਨ। ਉਹ ਤਾਂ ਜਿੰਨਾ ਮਰਜ਼ੀ ਉੱਚੀ ਬੋਲੀ ਜਾਣਾ, ਪਰ ਜਦ ਨਾਮ ਦੀ ਗੱਲ ਆਏ ਤਾਂ ਆਵਾਜ਼ ਹੀ ਨਹੀਂ ਨਿਕਲਣੀ। ਤੋ ਐਸੇ ਜਿਹੜੇ ਲੋਕ ਹਨ ਉਹ ਚੋਰਾਂ ਦੀ ਤਰ੍ਹਾਂ ਹਨ। ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਚੱਲ ਰਿਹਾ, ਉਹਨਾਂ ਨੂੰ ਵਾਹਿਗੁਰੂ ਨਾਮ ਨੂੰ ਪ੍ਰਗਟ ਕਰਕੇ ਕੰਨਾਂ ਦੇ ਰਾਹੀਂ ਸੁਣਨਾ ਨਹੀਂ, ਹੋਰ ਨਿੰਦਿਆ ਚੁਗਲੀ ਦੇ ਵਿੱਚ ਆਪਣਾ ਮਨ ਰੱਖਣਾ। ਐਸੇ ਜਿਹੜੇ ਚੋਰਾ ਜਾਰਾ ਰੰਡੀਆਂ, ਜਿਹੜੇ ਨਾਮ ਨਾ ਜਪਣ ਵਾਲੇ ਨੇ ਉਹ ਚੋਰ ਹਨ। ਅਤੇ ਯਾਰਾ ਵਿਭਚਾਰੀ ਲੋਕ ਜਿਹੜੇ ਅੰਮ੍ਰਿਤ ਦਾ ਗੁਰੂ ਗੋਬਿੰਦ ਸਿੰਘ ਦਾ ਛਕ ਲੈਂਦੇ ਨੇ, ਲੰਗਰ ਪਾਣੀ ਤਾਂ ਗੁਰਦੁਆਰੇ ਦਾ ਅਤੇ ਦਰਸ਼ਨ ਮੇਲੇ ਗੁਰਦੁਆਰੇ ਦੇ, ਅਤੇ ਉਹ ਤੁਰੇ ਫਿਰਨਾ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿੱਚ, ਖੋਟਤਾਈਆਂ ਦੇ ਵਿੱਚ ਵਿਭਚਾਰ ਦੀ ਤਰ੍ਹਾਂ। ਰੰਡੀਆਂ ਦਾ ਮਤਲਬ ਹੈ ਅਨਿਸ਼ਰਵਾਦੀ, ਜਿਹੜੇ ਉੱਕਾ ਹੀ ਰੱਬ ਨੂੰ ਨਹੀਂ ਮੰਨਦੇ ਵੀ ਮੈਂ ਨਾ ਮੰਨੋ। ਲਾਲ ਝੰਡੇ ਵਾਲੇ ਕਮਿਊਨਿਸਟ ਸਮਾਜਵਾਦੀ ਪਾਰਟੀ, ਜਿਨ੍ਹਾਂ ਦੀ ਸਰਕਾਰ ਰਸ਼ੀਆ ਦੇ ਵਿੱਚ ਹੈ, ਜਿਨ੍ਹਾਂ ਦਾ ਨਸ਼ਾ ਨੂੰ ਦਾਤਰੀ ਜੀ ਹੁੰਦਾ। ਤੋ ਐਸੇ ਲੋਕ ਜਿਹੜੇ ਰੱਬ ਤੋਂ ਮੁਨਕਰ ਨੇ, ਫਫੇ ਕੁੱਟਣੀਆਂ ਦੀ ਤਰ੍ਹਾਂ ਚੰਗੇ ਭਲੇ ਬੰਦੇ ਨੂੰ ਸੰਗਤ ਵੱਲੋਂ ਹਟਾ ਕੇ ਆ ਮੈਂ ਤੈਨੂੰ ਆਹ ਕੰਮ ਦੱਸਾਂ, ਉਹ ਕੰਮ ਦੱਸਾਂ। ਮੇਰਾ ਤਾਂ ਮਨ ਹੁਣ ਇੰਨਾ ਉੱਠ ਗਿਆ ਹੈ ਵੀ ਜੇ ਕੋਈ ਕਵੇ ਉਹਨੂੰ ਹੱਥ ਜੋੜੀ ਦੇ, ਭਾਈ ਆਹੀ ਕੰਮ ਚੰਗਾ। ਦੁਨੀਆ ਦੇ ਵਿੱਚ ਕੱਖ ਨਹੀਂ ਪਿਆ, ਸਭ ਕੁਛ ਤੁਸਾਂ ਨੇ ਵੇਖ ਲਿਆ, ਅੱਖਾਂ ਦੇ ਨਾਲ ਰੱਬ ਨੇ ਦਿਖਾਇਆ। ਨੋਟਬੰਦੀ ਦੇ ਵਿੱਚ ਚੰਗੇ ਕੰਨ ਹੋਏ, ਅਤੇ ਹੁਣ ਤਾਂ ਪੂਰੇ ਹੀ ਨੱਕ 'ਤੇ ਮੱਥਾ ਵੀ ਰਗੜਿਆ ਗਿਆ ਨਾਲ। ਇੰਨਾ ਪਰਮਾਤਮਾ ਬੇਅੰਤ ਹੈ, ਅਜੇ ਥੋੜ੍ਹੀ ਜਿਹੀ ਉਹਨੇ ਆਪਦੀ ਸ਼ਕਤੀ ਦਿਖਾਈ ਹੈ। ਤੋ ਇਸ ਵਾਸਤੇ ਇਹ ਆਤਮਾ ਦੇ ਭਲੇ ਵਾਲਾ ਕੰਮ ਹੈ, ਜੋ ਸੰਗਤ ਵਾਲਾ ਹੈ। ਇਕੱਲੀ ਮਾਇਆ ਹੀ ਪ੍ਰਧਾਨ ਨਹੀਂ ਦੁਨੀਆ 'ਚ ਹੈ,
ਪ੍ਰਭੂ ਦਾ ਨਾਮ ਵੀ ਹੈ ਔਰ ਦੁਨੀਆ ਨੂੰ ਮੰਨਣਾ ਪਿਆ ਹੈ। ਤੋ ਇਸ ਵਾਸਤੇ ਇਹ ਜੋ ਮਹਾਰਾਜ ਦੀ ਸੰਗਤ ਵੱਲੋਂ ਆਪ ਹਟ ਜਾਣਾ, ਦੂਜਿਆਂ ਨੂੰ ਪ੍ਰੇਰ ਕੇ ਮੈਂ ਤੈਨੂੰ ਉੱਥੇ ਲਿਜਾਉਂਦਾ, ਉੱਥੇ ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ। ਜੋ ਗੁਰੂ ਘਰ ਦੇ 10 ਰੁਪਈਏ ਨੇ, ਵੇਖ ਲਿਓ, ਇਹ 100 ਦੇ ਬਰਾਬਰ ਨੇ। ਜਿਹੜਾ ਗੁਰੂ ਘਰ ਦਾ 100 ਰੁਪਈਆ ਹੈ ਇਹ 1000 ਦੇ ਬਰਾਬਰ ਹੈ। ਜਿਹੜਾ 1000 ਰੁਪਈਆ ਹੈ, ਜਿੱਥੋਂ ਤੱਕ ਮੈਂ ਪਰਖਿਆ ਵੀ ਉਹ ਲੱਖ ਰੁਪਈਏ ਦੇ ਬਰਾਬਰ ਹੈ। ਬਾਹਰਲਾ ਲੱਖ ਰੁਪਈਆ ਰੱਖ ਦਿਓ, ਗੁਰਦੁਆਰੇ ਦਾ 1000 ਰੱਖ ਦਿਓ ਕਿਤੇ ਵੀ, ਅਤੇ ਪਰਤਿਆ ਕੇ ਵੇਖ ਲਿਓ। ਮਾਇਆ ਦੀ ਗਿਣਤੀ ਦੀ ਗੱਲ ਨਹੀਂ, ਇਹਦੀ ਬਰਕਤ ਦੀ ਬਾਤ ਹੈ। ਦੁਨੀਆ ਤਰਲੇ ਮਾਰਦੀ ਹੈ, ਅਰਬਾਂ ਪਤੀ ਹੱਥ ਜੋੜ ਕੇ ਖੜ੍ਹਦੇ ਨੇ ਵੀ ਸੱਚਿਆ ਪਾਤਸ਼ਾਹ ਬਰਕਤ ਪਾ ਦੇ। ਤੋ ਇਸ ਲਈ ਬਹੁਤੀ ਮਾਇਆ ਨਾ ਮੰਗੀਏ, ਉਹਦੇ 'ਚ ਬਰਕਤ ਮੰਗੀਏ, ਮਨ ਦਾ ਸੰਤੋਖ ਮੰਗੀਏ। ਜਿਹੜੇ ਫਫੇ ਕੁੱਟਣੀਆਂ ਦੀ ਤਰ੍ਹਾਂ ਸਾਖਤ ਪੁਰਸ਼ ਹੁੰਦੇ ਨੇ, ਆਪ ਦਾ ਸੰਗਤ 'ਚ ਕੀ ਬੈਠਣਾ, ਬੈਠਿਆਂ ਨੂੰ ਉਠਾ ਕੇ ਲੈ ਜਾਂਦੇ ਨੇ ਵੀ ਛੱਡ ਖੜਾ, ਮੈਂ ਤੈਨੂੰ ਉੱਧਰ ਲਿਜਾਨਾ, ਇੱਧਰ ਲਿਜਾਨਾ, ਤੂੰ ਧਰਮ ਚੇਂਜ ਕਰ ਦੇ। ਆਹ ਸਾਡੇ ਬਾਬੇ ਕੋਲ ਆ ਤੈਨੂੰ ਲੈ ਚੱਲੀਏ, ਉਹ ਤਾਂ 10ਵੇਂ ਦੁਆਰ 'ਚ ਲਿਜਾਂਦੇ ਨੇ, ਉਹ ਤਾਂ ਪ੍ਰਕਾਸ਼, ਉਹ ਤਾਂ ਰੌਸ਼ਨੀਆਂ ਦਿਖਾਉਂਦੇ ਨੇ। ਸਾਨੂੰ ਕੋਈ ਕਹੇ ਉਹਨੂੰ ਦੂਰੇ ਹੀ ਮੱਥਾ ਟੇਕੀਦਾ ਵੀ ਤੂੰ ਆਪਦੇ ਘਰ ਚੰਗਾ ਭਾਈ। ਇਹੋ ਜਿਹਾ ਸੰਤਾਂ ਨੇ ਪੱਟੀ ਪੜਾਈ ਹੈ, ਇਹੋ ਜਿਹਾ ਮਨ ਪੱਥਰ ਬਣਾ ਤਾ। ਅਤੇ ਇਸ ਵਾਸਤੇ ਇੱਥੇ ਭਾਵੇਂ ਜੋ ਮਰਜ਼ੀ ਹੈ, ਇਹੋ ਜਿਹੀ ਲਾਈਟ ਹੀ ਚੰਗੀ ਹੈ, ਕੋਈ ਪ੍ਰਕਾਸ਼ ਪ੍ਰਕੋਸ਼ ਨਹੀਂ ਚਾਹੀਦਾ, ਬੈਠੇ ਤਾਂ ਗੁਰਦੁਆਰਿਆਂ। ਅਤੇ ਇਸ ਵਾਸਤੇ ਮਹਾਰਾਜ ਦੀ ਮੌਜ ਹੈ ਵੀ ਉਹ ਜੋ ਮਰਜ਼ੀ ਦਿਖਾ ਦੇਵੇ ਨਾ ਦਿਖਾਵੇ, ਪਰ ਜਿਹੜੀ ਸੰਗਤ ਹੈ, ਗੁਰਬਾਣੀ ਹੈ, ਇਹ ਤਾਂ ਸਾਡੇ ਪਾਸ ਹੈ। ਆਪਾਂ ਨਿਤਨੇਮ ਤਾਂ ਕਰ ਸਕਦੇ ਹਾਂ, ਸੇਵਾ ਤਾਂ ਹੈ, ਨਹੀਂ ਪ੍ਰਕਾਸ਼ ਦਿਖਾਇਆ ਤਾਂ ਉਹਦੀ ਮਰਜ਼ੀ ਹੈ, ਉਹਦੀ ਖੁਸ਼ੀ ਹੈ। ਤੋ ਇਸ ਵਾਸਤੇ ਇਹੋ ਜਿਹੇ ਲਾਲਚ ਵਿੱਚ ਆ ਕੇ ਸੰਗਤ ਤੋਂ ਟੁੱਟ ਜਾਣਾ, ਆਪ ਤਾਂ ਟੁੱਟੇ ਨੇ, ਦੂਜਿਆਂ ਨੂੰ ਤੋੜਨਾ, ਉਹ ਫਫੇ ਕੁੱਟਣੀਆਂ ਦੀ ਤਰ੍ਹਾਂ ਭੂਤਾਂ ਪ੍ਰੇਤਾਂ ਦੀ ਉਪਾਸਨਾ ਵਿੱਚ ਆ ਤੈਨੂੰ ਧਾਗਾ ਦਵਾਵਾਂ, ਤੈਨੂੰ ਤਵੀਤ ਦਵਾਵਾਂ, ਤੇਰੀ ਕਾਮਨਾ ਪੂਰੀ ਹੋਏਗੀ, ਆਹ ਮਿਲੇਗਾ, ਉਹ ਮਿਲੇਗਾ, ਬਿਲਕੁਲ ਫਜ਼ੂਲ ਦੀਆਂ ਬਾਤਾਂ। ਭੂਤਾਂ ਪ੍ਰੇਤਾਂ ਦੀ ਉਪਾਸਨਾ ਵਿੱਚ ਲਾਉਣ ਵਾਲਿਆਂ ਦੀ ਇਹ ਕਲਯੁਗ ਦੇ ਵਿੱਚ ਪ੍ਰਧਾਨਤਾ, ਉਹਨਾਂ ਦੀ ਸਭਾ ਲੱਗਿਆ ਕਰੇਗੀ। ਜਿੱਥੇ ਤੁਸੀਂ ਖੜੋਏ ਹੋਵੋਗੇ, ਜਿੱਥੇ ਜਾਓਗੇ, ਉੱਥੇ ਇਹੀ ਗੱਲ ਤੁਹਾਨੂੰ ਪ੍ਰਾਪਤ ਹੋਵੇਗੀ। ਲੋਕ ਜੋਸ਼ੀਆਂ ਨੂੰ 11-11 ਹਜ਼ਾਰ ਰੁਪਈਆ ਦੇ ਕੇ ਅਤੇ ਹੱਥ ਦਿਖਾਉਂਦੇ ਵੀ ਸਾਡਾ ਭਵਿੱਖ ਦੇਖ ਦਿਓ। ਬੰਦਾ ਪੁੱਛੇ ਵੀ ਉਹ ਆਪ ਤਾਂ ਵਿਚਾਰਾ ਕਿਰਾਏ ਦੀ ਦੁਕਾਨ 'ਚ ਬੈਠਾ ਹੋਇਆ। ਅਤੇ ਇਸ ਵਾਸਤੇ ਪਰਿਵਾਰ ਦੀਆਂ ਪ੍ਰੋਬਲਮਾਂ ਤਾਂ ਉਹਦੀਆਂ ਵੀ ਨੇ। ਜੇ ਉਹ ਅੰਤਰਜਾਮੀ ਭਵਿੱਖ ਵੇਖਣ ਵਾਲਾ ਹੋਵੇ ਅਤੇ ਉਹ ਉੱਥੇ ਹੀ ਬੈਠਾ ਹੋਵੇ, ਪੱਤਰੀ ਖੋਲ੍ਹ ਕੇ ਲੋਕਾਂ ਕੋਲੋਂ ਮੰਗਦਾ, ਧੂਪ ਦਿਖਾ ਕੇ ਅਤੇ ਪੜਦਾ ਜਿਹਾ ਕਰਕੇ ਉਡੀਕ ਹੀ ਕਰਦਾ ਹੋਵੇ ਵੀ ਕੋਈ ਆਉਂਦਾ ਹੈ। ਕੋਈ ਵੀ ਇਨਸਾਨ ਹੈ, ਉਹਦੀ ਬੈਕਗਰਾਊਂਡ ਦੇਖੋ। ਅਤੇ ਇਸ ਵਾਸਤੇ ਮਹਾਰਾਜ ਨੇ ਸਾਨੂੰ ਪਰਮਾਤਮਾ ਨਾਲ ਜੋੜਿਆ। ਭਵਿੱਖ ਵੇਖਣਾ ਕੋਈ ਵੱਡੀ ਗੱਲ ਨਹੀਂ ਹੈ। ਜਪਜੀ ਸਾਹਿਬ ਦੇ 25 ਪਾਠ ਕਰੋ, ਸਾਹਿਬਾਂ ਦੀ ਕਿਰਪਾ ਹੋਵੇ ਅਤੇ 51 ਕਰੋ, ਅਤੇ ਜਿਹਦਾ ਮਰਜ਼ੀ ਭਵਿੱਖ ਵੇਖ ਲਓ। ਅਤੇ ਪਰ ਜੋ ਮਹਾਰਾਜ ਨੇ ਕਰਨਾ ਤਾਂ ਉਹੀ ਹੈ, ਵੇਖਣ ਦੇ ਨਾਲ ਤਾਂ ਕੁਛ ਬਦਲ ਨਹੀਂ ਜਾਣਾ। ਅਤੇ ਇਸ ਲਈ ਫਿਕਰਮੰਦ ਕਿਹਦੇ ਵਾਸਤੇ ਹੋਣਾ, ਸਗੋਂ ਕਿ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ। ਤਾਂ ਬਿਪਤਾ ਦਾ ਸਮਾਂ ਗੁਰੂ ਸਾਹਿਬ ਟਾਲ ਦਿੰਦੇ ਹਨ, ਪਰ ਕਲਯੁਗੀ ਜੀਵ ਜੋ ਹਨ ਸੱਚੇ ਨਾਮ ਦੇ ਨਾਲ ਘੱਟ ਜੁੜਦੇ ਨੇ। ਝੂਠਿਆਂ ਵਾਲੇ ਪਾਸੇ, ਭੂਤਾਂ ਪ੍ਰੇਤਾਂ ਵਾਲਿਆਂ ਦੀਆਂ ਦੁਕਾਨਾਂ ਦੇ ਜੋਸ਼ੀਆਂ, ਭਵਿੱਖ ਵੇਖਣ ਵਾਲੇ ਪਖੰਡੀ ਲੋਕਾਂ ਦੇ ਮਗਰ ਜ਼ਿਆਦਾ ਲੱਗਦੇ ਨੇ। ਇਹਨਾਂ ਲੋਕਾਂ ਦੀ ਕਚਹਿਰੀ ਲੱਗਿਆ ਕਰੇਗੀ। ਢੇਰਾਂ ਦੇ ਢੇਰ ਅਖਬਾਰਾਂ ਤੁਸੀਂ ਵੇਖੋ ਭਰੀਆਂ ਪਈਆਂ ਹਨ। ਅਤੇ ਇਸ ਵਾਸਤੇ ਇਸ ਤਰ੍ਹਾਂ ਦੀ ਗੱਲ ਪ੍ਰਧਾਨ ਹੋਵੇਗੀ। ਟਣੀਆਂ ਦੀਵਾਨਾ ਫਫੇ ਕੁੱਟਣੀਆਂ ਦੀ ਤਰ੍ਹਾਂ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਜਾਂ ਸੰਗਤ ਵਿੱਚ ਆਇਆਂ ਨੂੰ ਤੋੜ ਦਿੰਦੇ ਨੇ, ਉਹਨਾਂ ਦੀ ਕਚਹਿਰੀ ਲੱਗਿਆ ਕਰੇਗੀ। ਵੇਦੀ ਨਾ ਕੀ ਦੋਸ ਦੀ
ਜਿਹੜੇ ਬੇਧਰਮੀ ਹਨ ਉਹਨਾਂ ਦੀ ਹੀ ਆਪਸ ਵਿੱਚ ਦੋਸਤੀ ਮਿੱਤਰਤਾ ਹੋਵੇਗੀ। ਦੀਨਾ ਕਾ ਖਾਣਾ ਹਰ ਬੇਧਰਮੀਆਂ ਦਾ ਹੀ ਆਪਸ ਦੇ ਵਿੱਚ ਚਾਹ ਪਾਣੀ ਖਾਣ ਪੀਣ ਸਾਂਝਾ ਹੋਵੇਗਾ। ਧਰਮੀ ਬੰਦੇ ਨੂੰ ਲੋਕ ਈਰਖਾ ਕਰਨਗੇ, ਉਹਨੂੰ ਪਸੰਦ ਨਹੀਂ ਕਰਨਗੇ। ਆਖੇ ਜੀ ਕੀ ਤੁਹਾਡੇ ਘਰ ਆਉਣਾ, ਤੁਸੀਂ ਕਿਹੜਾ ਕੁਝ ਖਵਾ ਪਿਆ ਦੇਣਾ। ਦੁਨੀਆ ਦਾ ਸੁਭਾਅ ਹੈ, ਉਹ ਸ਼ਰਾਬਾਂ ਕਬਾਬਾਂ ਨੂੰ ਹੀ ਖਾਣ ਪੀਣ ਸਮਝਦੇ ਨੇ। ਅਤੇ ਧਰਮੀ ਬੰਦਾ ਕੀ ਕਰੂਗਾ, ਵੱਧ ਤੋਂ ਵੱਧ ਚੌਲ ਬਣਾ ਲੂਗਾ, ਨਾਲ ਦਹੀਂ ਬਣਾ ਲੂ, ਇਹਦੇ ਤੋਂ ਵੱਧ ਹੋਰ ਕੀ ਕਰਾਂਗੇ। ਅਤੇ ਇਸ ਵਾਸਤੇ ਇਹ ਖਾਣਾ ਪੀਣਾ ਨਹੀਂ ਲੋਕ ਮੰਨਦੇ। ਖਾਣਾ ਪੀਣਾ ਆਖੇ ਜੀ ਉਹ ਫਲਾਣਾ ਤਾਂ ਖਾਂਦਾ ਪੀਂਦਾ ਨਹੀਂ, ਇਸੇ ਉਮਰੇ ਖਾਣਾ ਪੀਣਾ ਛੱਡ ਗਿਆ। ਤੋ ਇਸ ਤਰ੍ਹਾਂ ਬੇਧਰਮੀ ਲੋਕਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ, ਖਾਣਾ ਪੀਣਾ, ਜਿਹਦੀ ਤੁਸੀਂ ਝੂਠ ਖਾਓ, ਇੱਕੋ ਥਾਲੀ ਦੇ ਵਿੱਚ ਰੋਟੀ ਖਾਓ ਅਤੇ ਇੱਕੋ ਹੀ ਪਲੇਟ ਦੇ ਵਿੱਚ ਨਮਕੀਨ ਖਾਓ ਅਤੇ ਚਾਹ ਪਾਣੀ ਪੀਓ, ਉਹ ਤੁਹਾਨੂੰ ਲੋਕ ਬਹੁਤ ਚੰਗਾ ਸਮਝਣਗੇ। ਅਤੇ ਜੇ ਤੁਸੀਂ ਆਪ ਦਾ ਕੋਈ ਸੁਚਮਤਾ ਨਾਲ ਉਹ ਕਹਿੰਦੇ ਲੈ ਇਹ ਤਾਂ ਮਿਲਦਾ ਹੀ ਨਹੀਂ, ਇਹਦੇ 'ਚ ਤਾਂ ਮੇਲ ਮਿਲਾਪ ਹੀ ਨਹੀਂ ਹੈ। ਮਤਲਬ ਪੜ੍ਹੇ ਲਿਖੇ ਲੋਕ ਸ਼ੇਅਰ ਕਰਨ ਨੂੰ ਮੇਲ ਮਿਲਾਪ ਸਮਝਦੇ ਨੇ, ਪਰ ਧਰਮ ਦੀ ਕੋਈ ਬਾਤ ਨਹੀਂ ਹੈ। ਸਭ ਤੋਂ ਜ਼ਿਆਦਾ ਆਹ ਜਿਹੜੀ ਬਿਮਾਰੀ ਚੱਲੀ ਸੀਗੀ, ਇਹ ਝੂਠ ਖਾਣ ਵਾਲੇ ਲੋਕਾਂ ਨੂੰ ਜ਼ਿਆਦਾ ਗ੍ਰਿਫਤ ਵਿੱਚ ਲਿਆਉਂਦੀ ਹੈ। ਆਹ ਝੂਠ ਹੀ ਹੈ, ਜੋ ਵੀ ਮਾਸ ਆਦਿਕ ਤੋਂ ਹੀ ਸਭ ਕੁਝ ਚੱਲਿਆ। ਅਤੇ ਇਸ ਵਾਸਤੇ ਝੂਠ ਅਤੇ ਝੂਠ ਤੋਂ ਇਨਸਾਨ ਬਚ ਜਾਏ ਅਤੇ ਕਰੇ ਭਾਵੇਂ ਥੋੜ੍ਹਾ ਹੀ ਮਹਾਰਾਜ ਦਾ ਨਾਮ ਸੋ ਨਿਤਨੇਮ, ਅਤੇ ਪਰ ਝੂਠ ਅਤੇ ਝੂਠ ਤੋਂ ਬਚ ਜਾਏ ਤਾਂ ਕਈ ਬਲਾਮਤਾਂ ਤੋਂ ਛੁਟਕਾਰਾ ਹੋ ਜਾਂਦਾ। ਤੋ ਇਸ ਲਈ ਮਹਾਰਾਜ ਕਹਿੰਦੇ ਕਲਯੁਗ ਦਾ ਵਰਤਾਰਾ ਹੈ, ਬੇਧਰਮੀਆਂ ਦਾ ਆਪਸ 'ਚ ਮੇਲ ਮਿਲਾਪ ਹੈ, ਉਹ ਤੁਹਾਡੇ ਨਾਲ ਕੋਈ ਨਹੀਂ ਬੋਲੇਗਾ। ਅਤੇ ਬੇਧਰਮੀਆਂ ਦਾ ਹੀ ਆਪਸ 'ਚ ਖਾਣ ਪੀਣ ਹੈ, ਇਹ ਖਾਣ ਪੀਣ ਜੇ ਹੋਊਗਾ ਫਿਰ ਆਪਾਂ ਇੱਕ ਦੂਜੇ ਦੀ ਵੱਧ ਕੇ ਮਦਦ ਕਰਾਂਗੇ। ਸਿਵਤੀ ਸਾਰਨ ਜਾਣਨੀ ਜਾਣਨੀ ਉਹ ਸਿਫਤੀ ਉਸਤਤੀ ਯੋਗ ਜੋ ਪਰਮੇਸ਼ਰ ਹੈ, ਜਾਂ ਪਰਮੇਸ਼ਰ ਦੀ ਸਿਫਤ ਕਰਨ ਦੀ ਕਦਰ ਉੱਕਾ ਹੀ ਨਹੀਂ ਜਾਣਨਗੇ। ਸਦਾ ਵਸੈ ਸ਼ੈਤਾਨ ਸ਼ੈਤਾਨ ਇੱਕ ਦੇਵਤਾ ਮੰਨਿਆ ਜੋ ਬਦੀ ਦਾ ਦੇਵਤਾ ਹੈ, ਨੇਕੀ ਦਾ ਨਹੀਂ। ਮੁਸਲਮਾਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਕਿ ਬਾਬੇ ਆਦਮ ਅਤੇ ਅੰਮਾ ਹਵਾ ਨੂੰ ਕਣਕ ਦਾ ਸਿੱਟਾ ਖਵਾਉਣ ਵਾਲਾ ਸ਼ੈਤਾਨ ਸੀਗਾ। ਕਹਿੰਦੇ ਲੈ ਜਿਹੜੀ ਚੀਜ਼ ਖਾਣ ਵਾਲੀ ਹੈ ਉਹਦੇ ਤੋਂ ਤਾਂ ਤੁਹਾਨੂੰ ਰੱਬ ਨੇ ਰੋਕ ਰੱਖਿਆ ਹੈ, ਖਾ ਕੇ ਤਾਂ ਵੇਖੋ। ਜਦ ਉਹਨਾਂ ਖਾਧਾ ਵਿਚਾਰਿਆ, ਉਹਨਾਂ ਦਾ ਸਰੀਰ ਬਦਬੂ ਮਾਰਿਆ। ਛੋਟਾ ਜਿਹਾ ਨਿਆਣਾ ਚੁੰਮੋਗੇ ਚੱਟੋਗੇ, ਉਹਦਾ ਗੰਦਮੰਦ ਮਾਂ ਸਾਂਭਦੀ ਉਹਨਾਂ ਚਿਰ ਜਿੰਨਾ ਚਿਰ ਉਹ ਅੰਨ ਗ੍ਰਹਿਣ ਨਹੀਂ ਕਰਦਾ। ਜਦੋਂ ਬੁਰਕੀ ਮੂੰਹ 'ਚ ਪੈ ਗਈ, ਉਸੇ ਵੇਲੇ ਉਹ ਬਦਬੂ ਮਾਰਿਆ ਹੋ ਜਾਂਦਾ। ਤੋ ਇਸ ਵਾਸਤੇ ਇਹ ਜਿਹੜਾ ਸ਼ੈਤਾਨ ਹੈ ਉਹ ਬਾਬਾ ਆਦਮ ਅਤੇ ਅੰਮਾ ਹਵਾ ਦੀ ਔਲਾਦ ਹੋਣ ਕਰਕੇ ਆਦਮ ਤੋਂ ਆਦਮੀ ਨਾਮ ਪਿਆ। ਵੇਖੋ ਕਿੰਨਾ ਦੁਨੀਆ ਕਸ਼ਟ ਭੋਗ ਰਹੀ ਹੈ, ਇੱਕ ਰੱਬ ਦਾ ਬਚਨ ਨਹੀਂ ਮੰਨਿਆ, ਨਹੀਂ ਤਾਂ ਸਵਰਗਾਂ ਦੇ ਵਿੱਚ ਆਪਾਂ ਰਹਿਣਾ ਸੀਗਾ। ਤੋ ਜਿਹੜਾ ਸ਼ੈਤਾਨ ਸ਼ੈਤਾਨੀਆਂ ਕਰਾਉਣ ਵਾਲਾ, ਜਾਂ ਜਿਹਦਾ ਮਨ ਹਮੇਸ਼ਾ ਹੀ ਸੋ ਸ਼ੈਤਾਨ ਦਾ ਘਰ ਹੈ, ਚੰਚਲਤਾਈਆਂ ਦੇ ਵਿੱਚ ਹੀ ਉਹ ਵੱਸਦੇ ਰਹਿਣਗੇ। ਕਲਯੁਗੀ ਲੋਕ, ਉਹਨਾਂ ਦੇ ਮਨ ਵਿੱਚ ਸ਼ੈਤਾਨ ਨਾਮ ਹੈ ਕਾਮ ਦਾ। ਤੋ ਇਸ ਲਈ ਕਾਮ ਆਦਿਕ ਵਿਕਾਰ ਹੀ ਵੱਸਦੇ ਰਹਿਣਗੇ। ਕਲਗੀਧਰ ਜੀ ਨੇ ਲਿਖਿਆ ਇੱਕ ਮੱਦੀ, ਇੱਕ ਬੰਦਾ ਸ਼ਰਾਬੀ ਹੋਵੇ, ਦੂਜਾ ਤਰਨ, ਦੂਸਰਾ ਨੌਜਵਾਨ ਉਮਰ ਹੋਵੇ, ਤੀਜੇ ਅਤ ਧਨ ਧਾਮ, ਤੀਜੇ ਨੰਬਰ 'ਤੇ ਅਤਿਸ਼ੈ ਕਰਕੇ ਘਰ ਦੇ ਵਿੱਚ ਬਹੁਤ ਧਨ ਹੋਵੇ, ਬਾਪੂ ਦੇ ਵੱਲੋਂ ਕੋਈ ਰੋਕ ਟੋਕ ਨਾ ਹੋਵੇ, ਅਤੇ ਥੱਲੇ ਗੱਡੀ ਹੋਵੇ ਥਾਰ ਮਿੰਦਰਾਂ ਵਾਲਿਆਂ ਦੀ, ਅਤੇ ਸ਼ਾਮਾਂ ਪਈਆਂ ਸੂਰਜ ਛਿਪਣ ਤੋਂ ਬਾਅਦ ਘਰਦਿਆਂ ਨੂੰ ਦੱਸੇ ਤੋਂ ਬਗੈਰ ਹੀ ਬਾਹਰ ਨਿਕਲ ਜਾਏ, ਪਾਪ ਕਰੇ ਬਿਨ ਕਿਉਂ ਬਚੈ, ਅਤੇ ਚਲਿਆ ਵੀ ਚੰਡੀਗੜ੍ਹ ਜਾਏ, ਉਹ ਬਿਨਾਂ ਪਾਪ ਕੀਤੇ ਤੋਂ ਮੁਹਾਲੀ ਵਾਪਸ ਨਹੀਂ ਆ ਸਕਦਾ। ਬਚੈ ਬਚਾਵੈ ਰਾਮ, ਜੇ ਰਾਮ ਹੀ ਬਚਾ ਲਏ ਤਾਂ ਬਚ ਸਕਦਾ, ਨਹੀਂ ਤਾਂ ਆਪ ਦਾ ਬੇੜਾ ਤਾਂ ਬਿਠਾ ਕੇ ਆਊਗਾ ਹੀ, ਅਤੇ ਬਾਪੂ ਦੀ ਵੀ ਸੈਰ ਕਰਾਊਗਾ ਥਾਣੇ ਦੀ।
ਤੋ ਇਹ ਸ਼ੈਤਾਨ ਮਨ ਦੇ ਵਿੱਚ ਵਸ ਰਿਹਾ ਹੈ, ਜੋ ਨਸ਼ੇ ਨੇ ਤੇ ਵਿਸ਼ੇ ਹਨ, 5 ਵਿਕਾਰ ਹਨ। ਗਦਹੁ ਚੰਦਨ ਖੋਲੀਐ। ਤਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਜੇਕਰ ਇਹਨਾਂ ਨੂੰ ਸਮਝਾਈਏ ਤਾਂ ਸਮਝ ਜਾਣਗੇ ਕਿ ਨਹੀਂ। ਭਾਈ ਮਰਦਾਨਾ ਜੀ ਭੋਲਾ ਹੈ। ਤਦੋਂ ਮਹਾਰਾਜ ਕਹਿੰਦੇ ਨੇ, ਹੇ ਭਾਈ ਮਰਦਾਨਾ ਜੀ, ਜਿਵੇਂ ਖੋਤੇ ਨੂੰ ਚੰਦਨ ਘਸਾ ਕੇ ਮਲੀਏ ਤੇ ਤਾਂ ਵੀ ਭੇ ਸਾਹੂ ਸਿਉ ਪਾਣ। ਉਹਦਾ ਸਵਾਹ ਦੇ ਨਾਲ ਹੀ ਪੈਣਾ ਹੁੰਦਾ, ਲਿਟਣਾ ਹੁੰਦਾ। ਜਦੋਂ ਮਾਲਕ ਉਹਦੇ ਤੋਂ ਛੱਟ ਲਾਉਂਦਾ ਤੇ ਉਹ ਹੀ ਕਰਦਾ ਹੋਇਆ ਰੂੜੀਆਂ 'ਤੇ ਜਾ ਕੇ, ਜਿੱਥੇ ਮਾਈਆਂ ਬੀਬੀਆਂ ਨੇ ਆਪਦੇ ਚੁੱਲ੍ਹਿਆਂ ਦੀ ਸਵਾਹ ਸੁੱਟੀ ਹੁੰਦੀ ਹੈ, ਉੱਥੇ ਰੂੜੀਆਂ 'ਤੇ ਜਾ ਕੇ ਸਵਾਹ ਦੇ ਵਿੱਚ ਹੀ ਲੇਟ ਕੇ ਖੁਸ਼ੀ ਮਨਾਉਂਦਾ ਹੈ। ਇਸੇ ਪ੍ਰਕਾਰ ਸਾਡਾ ਮਨ ਗਧੇ ਦੀ ਤਰ੍ਹਾਂ ਹੈ। ਗਦਹੁ ਚੰਦਨ ਖੋਲੀਐ। ਗਧੇ ਦੀ ਤਰ੍ਹਾਂ ਜੋ ਕਾਮੀ ਪੁਰਸ਼ ਨੇ, ਜੇਕਰ ਉਹਨਾਂ ਨੂੰ ਵੈਰਾਗ ਦੇ ਬਚਨ ਸੁਣਾਉਣ ਰੂਪ ਚੰਦਨ ਘਸਾ ਕੇ ਮਲ ਵੀ ਦਈਏ, ਸਾਹੂ ਸਿਉ ਪਾਣ। ਤਾਂ ਵੀ ਕਾਮੀ ਪੁਰਸ਼ਾਂ ਦੀ ਵਿਸ਼ੇ ਰੂਪ ਸਵਾਹ ਦੇ ਵਿੱਚ ਪੈਣ ਦੀ ਹੀ ਪ੍ਰਤੀਤੀ ਹੁੰਦੀ ਹੈ। ਨਾਨਕ ਕੂੜੈ ਕੱਤਿਐ। ਸਤਿਗੁਰੂ ਜੀ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਜਲਾਹਿਆਂ ਦਾ ਦ੍ਰਿਸ਼ਟਾਂਤ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜੁਲਾਹੇ ਦਾ ਸੂਤ ਕਤਨਾ ਝੂਠਾ ਸੀਗਾ, ਜਿਹੜਾ ਕਹਿੰਦਾ ਸੀ ਕੂੜਾ ਤਣੀਐ ਤਾਣ। ਕਿ ਮੈਂ ਤਾਣਾ ਤਣਦਾ ਹਾਂ, ਇਹ ਵੀ ਝੂਠਾ ਹੀ ਕਿਹਾ ਸੀ। ਕੂੜਾ ਕੱਪੜ ਕਛੀਐ। ਜੋਨੇ ਜੁਲਾਏ ਨੇ ਕਿਹਾ ਸੀ ਵੀ ਮੈਂ ਕੱਪੜਾ ਕਸ਼ ਮਿਣ ਰਿਹਾ ਹਾਂ, ਇਹ ਕਹਿਣਾ ਵੀ ਝੂਠਾ ਸੀ। ਕੂੜਾ ਪਹਿਨਣ ਮਨ। ਜੋ ਰਾਜੇ ਨੇ ਸਿਰ 'ਤੇ ਦਸਤਾਰ ਬੰਨ੍ਹ ਕੇ ਕਿਹਾ ਸੀ ਕਿ ਬਹੁਤ ਵਧੀਆ ਹੈ, ਅਤੇ ਲੋਕਾਂ ਨੇ ਵਾਰ-ਵਾਰ ਸੋ ਉਹਨੂੰ ਵਾਹ ਕੀਤਾ ਸੀ ਵੀ ਵਾਹ ਰਾਜਾ, ਵਾਹ ਰਾਜਾ, ਰਾਜਾ ਬਹੁਤ ਫੱਬ ਰਿਹਾ। ਇਹ ਪਹਿਨਣ ਦਾ ਮਾਣ ਵੀ ਉਹਨਾਂ ਦਾ ਝੂਠਾ ਹੈ। ਇਹ ਜਿਹੜੀਆਂ 2 ਪੰਕਤੀਆਂ ਨੇ, ਇਹਨਾਂ ਵਿੱਚ ਗੁਰੂ ਸਾਹਿਬ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਜਿਹੜਾ ਦ੍ਰਿਸ਼ਟਾਂਤ ਹੁੰਦਾ ਸਾਧ ਸੰਗਤ ਜੀ, ਉਹ ਸੱਚਾ ਨਹੀਂ ਹੁੰਦਾ, ਉਹ ਹਮੇਸ਼ਾ ਸਮਝਾਉਣ ਵਾਸਤੇ ਗੱਲ ਬਣਾਈ ਹੁੰਦੀ ਹੈ। ਇਹ ਨਾ ਸਮਝਿਓ ਵੀ ਜੁਲਾਹਾ ਜਾਤ ਨੂੰ ਆਪਾਂ ਮਾੜਾ ਕਹਿ ਰਹੇ ਹਾਂ। ਜਿਸ ਤਰ੍ਹਾਂ ਦੀ ਆਪਾਂ ਹੁਣ ਤਾਂ ਸਾਰੇ ਅੰਮ੍ਰਿਤਧਾਰੀ ਹੋ ਗਏ ਨੇ, ਸਾਰੇ ਗੁਰਮੁਖ ਪਿਆਰੇ ਨਾਮ ਜਪਦੇ ਨੇ ਅਤੇ ਅਖੰਡ ਪਾਠ ਕਰਦੇ ਨੇ, ਕਥਾ ਕੀਰਤਨ, ਢੋਲਕੀ ਚਿਮਟਾ, ਇੰਨਾ ਸੋਹਣਾ ਉਹਨਾਂ ਦੀ ਰਸਨਾ। ਕੋਈ ਜਾਤ ਕਰਕੇ ਬੰਦਾ ਮਾੜਾ ਨਹੀਂ ਹੁੰਦਾ। ਤੋ ਇਹ ਤਾਂ ਇੱਕ ਗੱਲ ਬਣਾਈ ਹੋਈ ਹੈ। ਜਿਹੜਾ ਮਨਮੁਖ ਬੰਦਾ ਹੈ, ਉਹ ਭਾਵੇਂ ਜਿਹੜੀ ਮਰਜ਼ੀ ਜਾਤ 'ਚ ਹੋਵੇ, ਅਤੇ ਇਉਂ ਪੰਡਤਾਂ ਨੇ ਵੀ ਆਪਦੀਆਂ ਵਿਦਵਤਾ ਵਾਲੀਆਂ ਪੁਸਤਕਾਂ ਦੇ ਵਿੱਚ ਜੁਲਾਹੀ ਜਾਤ ਨੂੰ ਨਿਰਬੁੱਧ ਲਿਖਿਆ। ਕਬੀਰ ਜੀ ਜੁਲਾਹੇ ਸੀਗੇ, ਅਤੇ ਪਰ ਕੀ ਉਹਨਾਂ ਦੀ ਆਹ ਸਾਖੀ ਉਹਨਾਂ 'ਤੇ ਟਿਕਾਵਾਂਗੇ ਆਪਾਂ? ਬਿਲਕੁਲ ਨਹੀਂ। ਜਿਸ ਤਰ੍ਹਾਂ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੌਜੀਕਲ ਹੈ, ਦ੍ਰਿਸ਼ਟਾਂਤਾਂ ਪ੍ਰਮਾਣਾਂ ਵਾਲੀ, ਉਂ ਹੀ ਲੰਘਦਿਆਂ ਸਮਝ ਨਹੀਂ ਆਉਂਦੀ ਜਿੰਨਾ ਚਿਰ ਰੁਕ ਕੇ ਉਹਦੀ ਵਿਚਾਰ ਨਾ ਕਰੀਏ। ਕਬੀਰ ਜੀ ਸੋ ਬਹੁਤ ਵਿਦਵਾਨ ਅਤੇ ਰੱਬ ਦੀ ਕਿਰਪਾ ਵਾਲੇ ਸੰਤ ਭਗਤ ਹੋਏ ਨੇ। ਜਲਾਏ ਉਹ ਵੀ ਸੀਗੇ, ਪੰਡਤ ਉਹਨਾਂ 'ਤੇ ਵੀ ਹੱਸਦੇ ਸੀ। ਕਬੀਰ ਜੀ ਨੇ ਆਪ ਦੇ ਸ਼ਲੋਕਾਂ 'ਚ ਸਪਸ਼ਟ ਕੀਤਾ ਹੈ ਕਿ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ, ਪਰ ਰੱਬ ਦਾ ਨਾਮ ਜੋ ਜਪ ਲਿਆ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਭਗਤ ਰਵਿਦਾਸ ਜੀ, ਉਹਨਾਂ ਦਾ ਕੰਮ ਬੜਾ ਗੰਦਾ ਅਤੇ ਮੰਦਾ ਸੀਗਾ, ਅਪਵਿੱਤਰਤਾ ਵਾਲਾ, ਪਰ ਉਹਨਾਂ ਪਵਿੱਤਰ ਕਰਨ ਵਾਲਾ ਨਾਮ ਜੋ ਜਪ ਲਿਆ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਭਗਤ ਭਗਤ ਜਗ ਵੱਜਿਆ। ਫਿਰ ਉਹ ਭਗਤ ਭਗਤ ਕਰਕੇ ਜਗਤ ਵਿੱਚ ਪ੍ਰਸਿੱਧ ਹੋ ਗਏ। 4 ਚੱਕਾਂ ਵਿੱਚ ਅਮਰੇਟਾ, ਪਾਣਾ ਗੰਢੇ ਰਾਹ ਵਿੱਚ, ਕੋਲਾ ਢੋਰ ਟੋਏ ਢੋਰ ਸਮੇਟਾ। ਜਿਨ੍ਹਾਂ ਦੀ ਕੁਲ ਦਾ ਇਹ ਪ੍ਰੋਫੈਸ਼ਨਲ ਸੀਗਾ, ਉਹਨਾਂ ਦਾ ਕੰਮ ਹੀ ਸੀਗਾ ਵੀ ਢੋਰ ਪਸ਼ੂ, ਮਰੇ ਪਸ਼ੂ ਲੋਕਾਂ ਦੇ ਘਰੋਂ ਚੁੱਕ ਕੇ ਹੱਡਾ ਰੋੜੀ ਲਿਜਾ ਕੇ ਉਹਨਾਂ ਦਾ ਚਮੜਾ ਉਤਾਰ ਕੇ ਜੁੱਤੀਆਂ ਬਣਾ ਕੇ ਵੇਚਣੀਆਂ। ਆਪ ਦੀ ਕਿਰਤ ਹੈ।
ਕਿਰਤ ਕੋਈ ਮਾੜੀ ਨਹੀਂ ਹੁੰਦੀ। ਉਹਨਾਂ ਦੀ ਕੁੱਲ ਦਾ ਕੰਮ ਸੀਗਾ, ਪਰ ਨਾਮ ਜਾ ਕੇ ਪਿੱਤਰ ਹੋ ਗਏ। ਇਸ ਲਈ ਆਪਾਂ ਕਿਸੇ ਜਾਤ 'ਤੇ ਕਮੈਂਟ ਨਹੀਂ ਕਰ ਰਹੇ। ਇੱਕ ਉਦਾਹਰਨ ਹੈ, ਜੇ ਆਪਾਂ ਸਾਖੀ ਨੂੰ ਸੁਣਿਆ ਨਾ, ਪੜ੍ਹ ਕੇ ਵਿਚਾਰਿਆ ਨਾ, ਇਹਨਾਂ ਪੰਕਤੀਆਂ ਦੀ ਸਮਝ ਨਹੀਂ ਆਏਗੀ। ਤੋ ਇਹ ਜਿਹੜਾ ਦ੍ਰਿਸ਼ਟਾਂਤ ਮਹਾਰਾਜ ਨੇ ਦਿੱਤਾ ਹੈ ਕਿ ਜਲਾਹੇ ਦਾ ਕਤਨਾ ਵੀ ਕੂੜ, ਕਿਉਂਕਿ ਜਲਾਹਿਆਂ ਦਾ ਕੰਮ ਸੀ ਕਤਨ, ਅਤੇ ਤਾਣੀ ਨੂੰ ਤਣਨਾ, ਉਹਦਾ ਤਣਿਆ ਹੋਇਆ ਤਾਣਾ ਵੀ ਝੂਠਾ, ਅਤੇ ਜਿਹੜਾ ਕੱਪੜੇ ਨੂੰ ਕੱਛਣਾ ਉਹ ਵੀ ਝੂਠਾ, ਅਤੇ ਜਿਹੜਾ ਅੱਗੇ ਰਾਜੇ ਨੇ ਦਸਤਾਰ ਪਹਿਨਣੀ ਹੈ ਉਹਦਾ ਮਾਣ ਵੀ ਝੂਠਾ। ਇਹਨੂੰ ਸਪਸ਼ਟ ਕਰਨ ਵਾਸਤੇ ਦ੍ਰਿਸ਼ਟਾਂਤ ਦੀ ਵਿਚਾਰ ਕਰਨੀ ਪਏਗੀ। ਇੱਕ ਜੁਲਾਹਾ ਸੀ, ਉਹਦੇ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ। ਜਿਸ ਗਰੀਬੀ ਕਰਕੇ ਉਹ ਵਿਚਾਰਾ ਬੜਾ ਦੁਖੀ ਸੀ। ਤਦ ਉਹਨੇ ਸੋਚਿਆ ਕਿ ਕੁਝ ਧਨ ਪਦਾਰਥ ਕਮਾਉਣ ਲਈ ਉਦਮ ਕਰਨਾ ਚਾਹੀਦਾ। ਇਹ ਵਿਚਾਰ ਕਰਕੇ ਉਹ ਆਪਣੇ ਦੇਸ਼ ਦੇ ਰਾਜੇ ਕੋਲ ਚਲਾ ਗਿਆ। ਜਿਹੜਾ ਰਾਜਾ ਬਹੁਤ ਹੀ ਸ਼ਰਾਬੀ ਰਹਿੰਦਾ ਸੀ, ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਗਲਤਾਨ ਰਹਿੰਦਾ। ਜੁਲਾਹੇ ਨੇ ਉਸ ਰਾਜੇ ਪਾਸ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਸਲਾਮਤ, ਮੈਂ ਤੁਹਾਡੇ ਹੀ ਰਾਜ ਭਾਗ ਦੇ ਵਿੱਚ ਰਹਿਣ ਵਾਲਾ ਇੱਕ ਗਰੀਬ ਜਿਹਾ ਤੁਹਾਡਾ ਸੇਵਕ ਹਾਂ। ਮੇਰੇ ਅੰਦਰ ਇਹ ਵਿਚਾਰ ਆਈ ਹੈ ਕਿ ਮੈਂ ਆਪ ਜੀ ਦੇ ਵਾਸਤੇ ਇੱਕ ਬਹੁਤ ਹੀ ਸੁੰਦਰ ਪੱਗ ਲੈ ਕੇ ਆਵਾਂ, ਜਿਹਨੂੰ ਵੇਖ ਕੇ ਲੋਕ ਆਸ਼ਚਰਜ ਹੋ ਜਾਣ। ਰਾਜੇ ਨੇ ਕਿਹਾ ਕਿ ਲੈ ਆ ਭਾਈ। ਤਦ ਜੁਲਾਹੇ ਨੇ ਕਿਹਾ, ਮਹਾਰਾਜ ਮੈਂ ਘਰੋਂ ਬਹੁਤ ਗਰੀਬ ਹਾਂ, ਸੰਦ ਸੂਤਰ ਆਦਿਕ ਖਰੀਦਣ ਵਾਸਤੇ ਕੁਝ ਰੁਪਈਏ ਚਾਹੀਦੇ ਨੇ। ਤਦ ਸ਼ਰਾਬ ਦੇ ਰੱਜੇ ਹੋਏ ਰਾਜੇ ਨੇ ਖਜ਼ਾਨਜੀ ਕੋਲੋਂ 10,000 ਰੁਪਈਏ ਜੁਲਾਹੇ ਨੂੰ ਦਵਾ ਦਿੱਤੇ। ਇਹ ਗੱਲਾਂ ਸੱਚੀਆਂ ਨਹੀਂ, ਗੱਲਾਂ ਇਹ ਬਣਾਈਆਂ ਹੋਈਆਂ ਨੇ, ਪਰ ਇੱਕ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ। ਜੁਲਾਹੇ ਨੇ ਉਹ 10,000 ਰੁਪਈਏ ਲਿਆ ਕੇ ਆਪਣਾ ਮਕਾਨ ਬਣਾ ਲਿਆ, ਜ਼ਮੀਨ ਜਾਇਦਾਦ ਆਦਿ ਖਰੀਦ ਲਈ, ਅਤੇ ਬਹੁਤ ਮੌਜ ਮਸਤੀ ਮਾਣਨ ਲੱਗਾ। ਕੁਝ ਸਮੇਂ ਬਾਅਦ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਇੱਕ ਜੁਲਾਹਾ ਆਪਣੇ ਕੋਲੋਂ 10,000 ਰੁਪਈਏ ਮੇਰੀ ਪੱਗ ਬਣਾਉਣ ਵਾਸਤੇ ਲੈ ਕੇ ਗਿਆ ਸੀ, ਉਹਦਾ ਪਤਾ ਕਰੋ। ਉਹਨੇ ਜੇ ਪੱਗ ਬਣਾ ਕੇ ਦਿੱਤੀ ਕਿਉਂ ਨਹੀਂ? ਤੁਸੀਂ ਜਾ ਕੇ ਉਹਦੇ ਕੋਲੋਂ ਪੱਗ ਲੈ ਕੇ ਆਓ। ਜਦ ਵਜ਼ੀਰ ਜੁਲਾਹੇ ਦੇ ਘਰ ਗਿਆ ਤਾਂ ਜੁਲਾਹਾ ਦੂਰ ਤੋਂ ਆਉਂਦੇ ਨੂੰ ਵੇਖ ਕੇ ਖਾਲੀ ਗੱਡੀ ਨੂੰ ਹਿਲਾਈ ਜਾਣ ਲੱਗ ਪਿਆ। ਉਹ ਵਜ਼ੀਰ ਨੂੰ ਕਹਿੰਦਾ ਕਿ ਮੈਂ ਅਜੇ ਸੂਤ ਕੱਤ ਰਿਹਾ, ਸੂਤ ਬਹੁਤ ਬਰੀਕ ਹੈ, ਅਜੇ ਕੋਈ ਸਮਾਂ ਲੱਗੇਗਾ। ਫਿਰ ਮਹੀਨੇ ਬਾਅਦ ਜਦ ਦੁਬਾਰਾ ਖਜ਼ਾਨਚੀ ਨੂੰ ਭੇਜਿਆ ਤਾਂ ਜੁਲਾਹੇ ਨੇ ਉਹਨੂੰ ਕਿਹਾ ਕਿ ਅਜੇ ਮੈਂ ਤਾਣਾ ਤਣ ਰਿਹਾ। ਜਦ ਤੀਜੀ ਵਾਰ ਘੱਲਿਆ ਤਾਂ ਜੁਲਾਹੇ ਨੇ ਕਿਹਾ ਵੀ ਮੈਂ ਅਜੇ ਕੱਪੜੇ ਨੂੰ ਕੱਛ ਰਿਹਾ ਮਿਲ ਰਿਹਾ। ਇਹਦੇ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਵੀ ਐਡਵਾਂਸ ਮਨੀ ਕਦੀ ਵੀ ਨਾ ਦਿਓ। ਅੱਜ ਕੱਲ੍ਹ ਲੋਕਾਂ ਦਾ ਬਿਜ਼ਨਸ ਖਤਮ ਹੋ ਗਿਆ, ਕਾਰੋਬਾਰ ਰਿਹਾ ਨਹੀਂ, ਅਤੇ ਨੌਕਰੀਆਂ ਵੀ ਟੁੱਟ ਗਈਆਂ, ਅਤੇ ਇਹੋ ਜਿਹਾ ਕੰਮ ਹੁਣ ਜ਼ਿਆਦਾ ਚੱਲ ਰਿਹਾ। ਤੋ ਬਿਨਾਂ ਕੰਮ ਤੋਂ ਜਿੰਨਾ ਚਿਰ ਕੰਮ ਨਹੀਂ ਹੁੰਦਾ ਜਾਂ ਚੀਜ਼ ਹੱਥ ਨਹੀਂ ਆਉਂਦੀ, ਪੈਸੇ ਕਿਸੇ ਹੱਥ ਨਾ ਫੜਾਓ, ਨਹੀਂ ਤਾਂ ਫਿਰ ਇਹ ਮਾਰ ਤੁਹਾਡੀਆਂ ਜੁੱਤੀਆਂ ਵੀ ਟੁੱਟ ਜਾਣਗੀਆਂ। ਉਹ 300-400 ਦਾ ਜੁੱਤੀ ਦਾ ਵੀ ਘਾਟਾ ਪਾਓਗੇ, ਪੈਸੇ ਤਾਂ ਫਿਰ ਵੀ ਨਹੀਂ ਮਿਲਣੇ। ਇਸ ਲਈ ਪਹਿਲਾਂ ਸਮਝ ਕੇ ਰਹੋ। ਜਦ ਕੁਝ ਸਮੇਂ ਬਾਅਦ ਚੌਥਾ ਆਦਮੀ ਰਾਜੇ ਨੇ ਭੇਜਿਆ, ਅਜੇ ਰਾਜਾ ਸੀਗਾ, ਉਹਨੂੰ ਇਹਨੇ ਦਾਈ ਨਾ ਦਿੱਤੀ। ਉਹ ਜੁਲਾਹੇ ਨੇ ਕਿਹਾ ਕਿ ਰਾਜੇ ਨੂੰ ਕਹੋ ਕਿ ਪੱਗ ਹੁਣ ਮੁਕੰਮਲ ਤਿਆਰ ਹੋ ਗਈ ਹੈ, ਤੁਸੀਂ ਕੋਈ ਹੀਰੇ ਜਵਾਹਰਾਤਾਂ ਨਾਲ ਸ਼ਿੰਗਾਰੀ ਹੋਈ ਸੁੰਦਰਤੀ ਜਿਹੜੀ ਸੰਦੂਕੜੀ ਹੈ ਰੱਖਣ ਵਾਲੀ, ਸੁੰਦਰਤਾ ਵਾਲੀ, ਜਿਹੜੀ ਦੂਰੋਂ ਵੇਖ ਕੇ ਪਤਾ ਲੱਗੇ ਕਿ ਰਾਜੇ ਦੀ ਪੱਗ ਆ ਰਹੀ ਹੈ, ਉਹ ਭੇਜੋ, ਜਿਹਦੇ ਵਿੱਚ ਮੈਂ ਬੇਕੀਮਤੀ ਪੱਗ ਰੱਖ ਕੇ ਰਾਜੇ ਕੋਲ ਲੈ ਜਾਵਾਂ। ਬਣਿਆ ਤਾਂ ਕੁਛ ਵੀ ਨਹੀਂ ਸੀ, ਹੱਥ ਕੀ ਫੜਾਉਂਦਾ। ਇਉਂ ਇਸ ਤਰ੍ਹਾਂ ਟਾਲਤਾ, ਅਤੇ ਰਾਜੇ ਨੇ ਸੰਦੂਕੜੀ ਵੀ ਭੇਜਤੀ। ਤਦੋਂ ਜੁਲਾਹੇ ਨੇ ਝੂਠ ਮੂਠ ਦੀ ਦਸਤਾਰ ਵਿੱਚ ਰੱਖ ਕੇ ਬਹੁਤ ਸ਼ਾਨੋ ਸ਼ੌਕਤ ਨਾਲ ਉਹ ਸੰਦੂਕੜੀ ਰਾਜੇ ਕੋਲ ਲੈ ਆਉਂਦੀ। ਅਸਵਾਰੀ ਵੀ ਰਾਜੇ ਦੀ, ਸੰਦੂਕੜੀ ਵੀ ਰਾਜੇ ਦੀ, ਅਤੇ ਉਹ ਆਪ ਨੱਚਦਾ ਟੱਪਦਾ ਉਹਦੇ ਨਾਲ ਆ ਗਿਆ ਕਿ ਮੈਂ ਆਪਣੇ ਪਾਤਸ਼ਾਹ ਸਲਾਮਤ ਦੇ ਲਈ ਬਹੁਤ ਮਿਹਨਤ ਕਰਕੇ ਅਦਭੁਤ ਪੱਗ ਬਣਾ ਕੇ ਲਿਆਂਦੀ ਹੈ, ਜਿਹਦੇ ਵਿੱਚ ਬਹੁਤ ਹੀ ਖਾਸੀਅਤ ਹੈ। ਇਹਦਾ ਸਿਰ ਉੱਪਰ ਕੋਈ ਭਾਰ ਵੀ ਨਹੀਂ ਲੱਗੇਗਾ, ਪਰੰਤੂ ਇਹ ਪੱਗ ਉਹਨੂੰ ਹੀ ਨਜ਼ਰ ਆਵੇਗੀ ਜੋ ਆਪ ਦੇ
ਸਕੇ ਪਿਓ ਦਾ ਹੋਵੇਗਾ, ਜਿਹੜਾ ਹਰਾਮ ਦਾ ਹੋਵੇਗਾ ਉਹਨੂੰ ਇਹ ਅਦਭੁਤ ਪੱਗ ਨਜ਼ਰ ਨਹੀਂ ਆਵੇਗੀ। ਇਹ ਕਹਿ ਕੇ ਜੁਲਾਹੇ ਨੇ ਵਜ਼ੀਰ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਸੰਦੂਕੜੀ ਖੋਲ੍ਹੋ ਅਤੇ ਪੱਗ ਕੱਢ ਕੇ ਸਾਰੀ ਸਭਾ ਨੂੰ ਦਿਖਾਓ। ਅਤੇ ਹੁਣ ਜੁਲਾਹੇ ਨੇ ਉਹ ਗੱਲ ਬਣਾਤੀ। ਜਦੋਂ ਵਜ਼ੀਰ ਨੇ ਸੰਦੂਕੜੀ ਖੋਲ੍ਹੀ ਉਹਦੇ ਵਿੱਚ ਕੁਝ ਵੀ ਨਹੀਂ ਸੀਗਾ। ਉਹਨੇ ਸੋਚਿਆ ਵੀ ਜੇ ਮੈਂ ਇਹਨੂੰ ਆਖਿਆ ਹੈ ਵੀ ਇਹਦੇ 'ਚ ਕੁਝ ਨਹੀਂ ਹੈ ਤਾਂ ਸਾਰੇ ਮੈਨੂੰ ਕਹਿਣਗੇ ਵੀ ਉਲਟੀ ਬਚਨ ਬਣਾਉਣਗੇ। ਇਹ ਵਿਚਾਰ ਕੇ ਸ਼ਰਮ ਦੇ ਮਾਰੇ ਝੂਠੀ ਮੁੱਠੀ ਖਾਲੀ ਹੱਥ ਸਾਰੀ ਸਭਾ ਨੂੰ ਦਿਖਾ ਕੇ ਕਿਹਾ ਵੀ ਵੇਖੋ ਰਾਜੇ ਦੀ ਪੱਗ ਕਿੰਨੀ ਸੁੰਦਰ। ਸਾਰੀ ਸਭਾ ਵਾਹ ਵਾਹ ਕਰ ਉੱਠੀ। ਫਿਰ ਜੁਲਾਹੇ ਨੇ ਰਾਜੇ ਨੂੰ ਕਿਹਾ ਕਿ ਹੁਣ ਤੁਸੀਂ ਇਹ ਪੱਗ ਆਪਣੇ ਸਿਰ ਉੱਪਰ ਬੰਨੋ। ਰਾਜੇ ਨੇ ਕਿਹਾ ਵੀ ਪੱਗ ਤਾਂ ਮੈਨੂੰ ਵੀ ਨਹੀਂ ਦਿਸ ਰਹੀ। ਉਹਨੇ ਮਨ 'ਚ ਇਹ ਸੋਚਿਆ ਪਰ ਜੇ ਮੈਂ ਨਾ ਬੰਨੀ ਤਾਂ ਸਾਰੀ ਸਭਾ 'ਚ ਮੇਰਾ ਨਰਾਦਰ ਹੋ ਜਾਏਗਾ। ਜਿਹੜੀ ਜੁਲਾਹੇ ਨੇ ਗਾਲ ਪਾਈ ਹੈ ਉਹ ਮੇਰੇ 'ਤੇ ਆ ਕੇ ਟੁੱਕ ਜਾਏਗੀ। ਇਉਂ ਵਿਚਾਰ ਕੇ 4-5 ਵਾਰੀ ਉਹੀ ਆਪਣੀਆਂ ਬਾਹਾਂ ਨੂੰ ਘੁਮਾ ਕੇ ਅਤੇ ਪੱਗ ਬੰਨ੍ਹਣ ਦੀ ਸ਼ਕਲ 'ਚ ਹਿਲਾਇਆ ਅਤੇ ਜੁਲਾਹੇ ਨੂੰ ਕਿਹਾ ਵੀ ਵਾਹ ਵਾਹ ਬਈ ਬਹੁਤ ਵਧੀਆ ਪੱਗ ਜੀ, ਤੈਨੂੰ ਸ਼ਾਬਾਸ਼ ਜੀ, ਐਂ ਜੀ ਇਉਂ ਜੀ। ਇਉਂ ਜੁਲਾਹਾ ਝੂਠ ਮੂਠ ਬੋਲ ਕੇ ਰਾਜੇ ਨੇ ਠੱਗੀ ਮਾਰ ਕੇ ਆਪਦੇ ਘਰ ਨੂੰ ਗਿਆ। ਸੋ ਇਹ ਕਲਯੁਗ ਦਾ ਵਰਤਾਰਾ ਹੈ। ਇਸ ਪ੍ਰਸੰਗ ਦਾ ਗੁਰੂ ਸਾਹਿਬ ਜੀ ਨੇ ਇਹ ਦ੍ਰਿਸ਼ਟਾਂਤ ਬਣਾਇਆ ਹੈ, ਇੱਕ ਸਿਕਸ਼ਾਦਾਇਕ। ਸੋ ਗੁਰੂ ਨਾਨਕ की बात बात में बात, ज्यों केले के पात में पात में पात। केले ਦੇ ਪੱਤੇ ਨੂੰ ਉਧੇੜੇ ਜਾਓ ਅੱਗੇ ਦੀ ਅੱਗੇ ਪੱਤੇ ਦੀ ਪੱਤੇ ਹੀ ਨਿਕਲਦੇ ਰਹਿਣਗੇ। ਇਉਂ ਜਦ ਮਹਾਰਾਜ ਦੀ ਬਾਣੀ ਨੂੰ ਜਿੰਨੀ ਵਾਰੀ ਪੜ੍ਹਾਂਗੇ, ਜਿੰਨੀ ਵਾਰੀ ਵਿਚਾਰਾਂਗੇ ਦੀ ਅੱਗੇ ਦੀ ਅੱਗੇ ਅਰਥ ਤੁਰੇ ਜਾਣਗੇ। ਆਓ ਪਿਆਰ ਨਾਲ ਫਿਰ ਸੁਣੋ ਜੀ। ਨਾਨਕ ਕੂੜੈ ਕੱਤਿਆ। ਜੁਲਾਹੇ ਦੀ ਤਰ੍ਹਾਂ ਅਤੇ ਜਿਵੇਂ ਉਹਦਾ ਸੂਤ ਕਤਨਾ ਝੂਠਾ ਸੀਗਾ, ਜਿਹੜਾ ਕਹਿੰਦਾ ਸੀ ਕੂੜਾ ਤਣੀਐ ਤਾਣ, ਕਿ ਮੈਂ ਸੂਤ ਕੱਤ ਰਿਹਾ, ਸੂਤ ਬੜਾ ਬਰੀਕ ਹੈ ਅਤੇ ਇਹ ਦਿਸਣ ਵਾਲਾ ਨਹੀਂ ਹੈ। ਇਹ ਕਹਿੰਦਾ ਸੀ ਮੈਂ ਤਾਣਾ ਤਣਦਾ, ਇਹ ਵੀ ਉਹਦਾ ਝੂਠਾ ਸੀਗਾ। ਇਉਂ ਜਿੰਨਾ ਪੈਸੇ ਹਜਮ ਕਰਨੇ ਹੋਣ ਉਹਨਾਂ ਕੋਲ ਬਹਾਨੇ ਬੜੇ ਘੜੇ ਘੜਾਤੇ ਹੁੰਦੇ ਹਨ, ਬੰਦੇ ਨੂੰ ਸ਼ੱਕ ਨਹੀਂ ਪੈਣ ਦਿੰਦੇ। ਕੂੜਾ ਕੱਪੜ ਕਛੀਆਂ। ਜੋ ਉਹਨੇ ਕਿਹਾ ਸੀ ਵੀ ਮੈਂ ਕੱਪੜਾ ਕੱਛ ਰਿਹਾ ਮਿਲ ਰਿਹਾ ਹਾਂ, ਇਹ ਕਹਿਣਾ ਵੀ ਝੂਠਾ ਸੀ। ਕੂੜਾ ਪਹਿਨਣ ਮਾਣ। ਜੋ ਰਾਜੇ ਨੇ ਸਿਰ 'ਤੇ ਦਸਤਾਰ ਬੰਨ੍ਹ ਕੇ ਕਿਹਾ ਸੀ ਵੀ ਬਹੁਤ ਵਧੀਆ ਹੈ ਅਤੇ ਲੋਕਾਂ ਨੇ ਵਾਹ ਵਾਹ ਕੀਤਾ, ਉਹ ਰਾਜਾ ਬਹੁਤ ਫੱਬ ਰਿਹਾ ਹੈ ਜੀ। ਵੇਖੋ ਜੀ ਇਹ ਪਹਿਨਣ ਦਾ ਮਾਣ ਵੀ ਝੂਠਾ ਹੈ। ਇਸੇ ਪ੍ਰਕਾਰ ਨਾਨਕ ਕੂੜਾ ਕੱਤਿਆ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਕਿ ਜੀ ਹਉਮੈ ਦੇ ਸਹਿਤ ਕਹਿੰਦਾ ਹੈ ਕਿ ਮੈਂ ਸਰਵਣ ਕਰਨ ਰੂਪ ਸੂਤ ਕੱਤਦਾ ਹਾਂ। ਕੂੜਾ ਤਣੀਐ ਤਾਣ। ਇਹ ਵੀ ਝੂਠ ਹੀ ਕਹਿੰਦਾ ਹੈ, ਕਿਉਂਕਿ ਸੁਣਨ ਦਾ ਫਾਇਦਾ ਤਾਂ ਜੇ ਕੁਝ ਗੁਣ ਗ੍ਰਹਿਣ ਕੀਤਾ ਹੈ। ਲੜਾਈ ਤਾਂ ਛੱਡਣੀ ਨਹੀਂ, ਜਾਂਦਿਆਂ ਹੀ ਘਰ ਵਾਲੀ ਨਾਲ ਲੜ ਪੈਣਾ, ਭਾਂਡੇ ਵਗਾਹ ਮਾਰਨੇ, ਆਹ ਨਹੀਂ ਕੀਤਾ ਉਹ ਨਹੀਂ ਕੀਤਾ। ਬੰਦਾ ਪੁੱਛੇ ਵੀ ਤੂੰ ਕੀ ਕੀਤਾ। ਜੇ ਕੋਈ ਸਾਡੇ 'ਤੇ ਸਵਾਲ ਕੀਤੇ ਕਰੇ ਵੀ ਆਪਾਂ ਦੂਜਿਆਂ ਦੇ ਡੰਡਾ ਚੁੱਕ ਲੈਂਦੇ ਹਾਂ ਅਤੇ ਤੁਸੀਂ ਕੀ ਕੀਤਾ, ਕੋਈ ਜਵਾਬ ਹੈ? ਤਾਂ ਇਸ ਵਾਸਤੇ ਮਹਾਰਾਜ ਦਾ ਨਾਮ ਜਿਹੜਾ ਸਰਵਣ ਕਰਨਾ ਹੈ ਉਹਦਾ ਗੁਣ ਹੋਣਾ ਚਾਹੀਦਾ। ਕਹਿੰਦੇ ਵੈਰ ਵਿਰੋਧ ਮਿਟੈ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਦੇ। ਜਿੰਨੇ ਸੁਣਿਆ ਉਹਦੇ ਮਨ 'ਚੋਂ ਵੈਰ ਮਿਟ ਜਾਂਦਾ, ਵਿਰੋਧ ਝਗੜਾ ਮਿਟ ਜਾਂਦਾ। ਜਿਹਦੇ ਮਨ 'ਚੋਂ ਵੈਰ ਹੀ ਨਹੀਂ ਗਿਆ, ਵਿਰੋਧ ਨਹੀਂ ਗਿਆ, ਉਹਨੇ ਸੁਣਿਆ ਕੀ ਦੱਸੋ, ਕੋਈ ਫਾਇਦਾ ਨਹੀਂ। ਉਹਦਾ ਕਹਿਣਾ ਝੂਠਾ ਵੀ ਮੈਂ ਸੁਣਿਆ ਹੈ। ਜਿਹੜਾ ਕਹਿੰਦਾ ਹੈ ਹਉਮੈ ਦੇ ਸਹਿਤ ਕਿ ਮੈਂ ਮੰਨ ਲਿਆ, ਮੰਨਣ ਰੂਪ ਤਾਣਾ ਦਣਦਾ, ਇਹ ਵੀ ਉਹਦਾ ਝੂਠਾ ਹੀ ਹੈ। ਅਸੀਂ ਉਹ ਗੱਲ ਮੰਨਦੇ ਹਾਂ ਗੁਰੂ ਦੀ ਜਿਹੜੀ ਸਾਡੇ ਬੈਨੀਫਿਟ 'ਚ ਹੋਵੇ, ਜਿਹੜੀ ਸਾਡੇ ਲਾਭ 'ਚ ਨਹੀਂ ਨਾ, ਆਪਾਂ ਨਹੀਂ ਉਹ ਮੰਨਦੇ। ਕਿਹਨੂੰ ਨਹੀਂ ਪਤਾ ਵੀ ਦਾੜੀ ਕੇਸ ਰੱਖਣੇ ਨੇ, ਅਤੇ ਕਿਹਨੂੰ ਨਹੀਂ ਪਤਾ ਵੀ ਅੰਮ੍ਰਿਤ ਛਕਣਾ ਹੈ, ਕਿਹਨੂੰ ਨਹੀਂ ਪਤਾ ਵੀ ਨਸ਼ਿਆਂ ਦਾ ਤਿਆਗ ਕਰਨਾ, ਕਿਹਨੂੰ ਨਹੀਂ ਪਤਾ ਵੀ ਜ਼ਿਆਦਾ ਖਰਚੀਲਾਪਨ ਨਹੀਂ ਕਰਨਾ। ਤੋ ਸਭ ਕੁਛ ਮਹਾਰਾਜ ਨੇ ਬਾਣੀ ਸਮਝਾਇਆ ਹੋਇਆ ਹੈ। ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ,
ਮੰਨਦੇ ਵੀ ਹਾਂ, ਉਹ ਗੱਲ ਜਿਹੜੀ ਸਾਡੇ ਲਾਭ ਵਾਲੀ ਹੋਵੇ, ਜਿਹੜੀ ਸਾਡੇ ਲਾਭ 'ਚ ਨਹੀਂ, ਸਾਡੀ ਸ਼ਾਨੋ ਸ਼ੌਕਤ ਉਲਟ ਚੱਲਦੀ ਹੈ, ਉਹ ਨਹੀਂ ਆਪਾਂ ਮੰਨਦੇ। ਕਿਉਂ ਕਹਿਣਾ ਝੂਠਾ ਹੈ ਹਉਮੈ ਦੇ ਸਹਿਤ ਕਿ ਆਪਾਂ ਗੁਰੂ ਦੇ ਸਿੱਖ ਹਾਂ ਅਤੇ ਬਹੁਤ ਮਹਾਰਾਜ ਨੂੰ ਮੰਨਦੇ ਹਾਂ। ਕੋਈ ਨਹੀਂ ਜੇ ਮੰਨਦਾ। ਜਿਹੜੇ ਆਪਾਂ ਕਹਿੰਦੇ ਹਾਂ ਵੀ ਆਪਾਂ ਨਿਹੰਗ ਹਾਂ ਜੀ, ਆਪਾਂ ਟਕਸਾਲੀ ਹਾਂ ਜੀ, ਆਪਾਂ ਤਾਂ ਨਹੀਂ, ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ। ਅਤੇ ਉਹ ਬਿਲਕੁਲ ਝੂਠ ਹੈ। ਨਿਤਨੇਮ ਹੀ ਨਹੀਂ ਕਰਨਾ, ਪਾਠ ਨਹੀਂ ਕਰਨਾ, ਕੋਈ ਮਾਲਾ ਨਹੀਂ ਫੇਰਨੀ, ਸਿਮਰਨ ਨਹੀਂ, ਭਜਨ ਨਹੀਂ। ਮੰਨਣ ਦਾ ਮਤਲਬ ਕੀ ਹੋਇਆ? ਅਤੇ ਇਸ ਵਾਸਤੇ ਸੋ ਮਨ ਤਾਂ ਦੂਜੇ ਪਾਸੇ ਹੈ ਲੜਾਈ ਝਗੜਿਆਂ ਦੇ ਵਿੱਚ। ਮੰਨਣ ਦਾ ਮਤਲਬ ਹੈ ਕਿ ਸ਼ਬਦ ਨੂੰ ਪੜ੍ਹਨਾ, ਸੁਣਨਾ, ਉਹਦੀ ਵਿਚਾਰਧਾਰਾ ਮੁਤਾਬਕ ਜੀਵਨ ਨੂੰ ਢਾਲਣਾ। ਨਾਨਕ ਕੂੜੈ ਕੱਤਿਆ। ਕੱਤਣ ਦਾ ਮਤਲਬ ਹੈ ਸਰਵਣ ਕਰਨਾ, ਅਤੇ ਇਹ ਝੂਠ ਹੈ। ਕੂੜਾ ਤਣੀਐ ਤਾਣ। ਤਾਣੀ ਤਣਨ ਦਾ ਮਤਲਬ ਹੈ ਮੰਨਣ ਕਰਨਾ। ਮੰਨਣਾ ਵੀ ਸਾਡਾ ਝੂਠਾ ਹੈ, ਆਪਦੇ ਮਤਲਬ ਦਾ ਹੈ। ਜਦੋਂ ਦਾ ਮੁੰਡੇ ਦਾ ਵਿਆਹ ਹੋਇਆ ਉਦੋਂ ਦਾ ਧੰਨ ਬਾਬਾ ਜੀ, ਧੰਨ ਬਾਬਾ ਜੀ। ਅਤੇ ਸਾਨੂੰ ਸਲੋਕ ਸੁਣਾਓ ਜੀ, ਚੌਰ ਸਾਹਿਬ ਕਰਦੇ ਨਹੀਂ ਤਾਂ ਜਦੋਂ ਹੋ ਗਿਆ ਉਦੋਂ ਮਹਾਰਾਜ ਨੂੰ ਪੁੱਛਣਾ ਵੀ ਨਹੀਂ, ਸਾਰੀਆਂ ਗੱਲਾਂ ਭੁੱਲ ਜਾਣੀਆਂ। ਕਿਤੇ ਡੀਜੇ ਹੈ, ਕਿਤੇ ਨਸ਼ੇ ਹੈ, ਕਿਤੇ ਕੁਛ, ਕਿਤੇ ਕੁਛ। ਇਸ ਲਈ ਸਭ ਕੁਝ ਝੂਠ ਹੈ। ਕੱਪੜ ਕਛੀਆ। ਜੋ ਕਹਿੰਦਾ ਵੀ ਮੈਂ ਨਿਧਿਆਸਨ ਕਮਾਈ ਕਰਦਾ, ਇਹ ਕੱਪੜਾ ਕੱਛਣ ਦੀ ਤਰ੍ਹਾਂ, ਇਹ ਵੀ ਝੂਠ ਕਹਿੰਦਾ ਹੈ। ਪਹਿਨਣ ਮਾਣ। ਜੋ ਕਹਿੰਦਾ ਮੈਂ ਤਤਵੰਗ ਦਾ ਸੰਸ਼ੋਧਨ ਕਰ ਲਿਆ, ਇਹ ਪਹਿਨਣ ਦਾ ਮਾਣ ਵੀ ਝੂਠਾ ਹੈ। ਇਹ ਦੂਜਾ ਅਰਥ ਹੋਇਆ। ਹੁਣ ਤੀਜਾ ਅਰਥ ਸੁਣੋ ਜੀ। ਨਾਨਕ ਕੂੜੈ ਕੱਤਿਆ। ਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਗੁਰਸਿੱਖਿਆ ਧਾਰਨ ਕੀਤੇ ਤੋਂ ਬਗੈਰ ਕਹਿੰਦਾ ਕਿ ਮੈਂ ਨਿਸ਼ਕਾਮ ਕਰਮ ਕਰਨ ਰੂਪ ਸੋਧ ਕੱਤਦਾ, ਇਹ ਉਹਦਾ ਕਹਿਣਾ ਝੂਠਾ ਹੈ। ਕੋਈ ਵੀ ਨਿਸ਼ਕਾਮ ਨਹੀਂ ਹੈ। ਸਾਡੇ ਮਨ ਦੀਆਂ ਅਨੇਕਾਂ ਹੀ ਕਾਮਨਾਵਾਂ ਹਨ। ਸੋ ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਸੋ ਜੇ ਕੁਛ ਵੀ ਨਹੀਂ ਚਾਹੀਦਾ, ਸਾਨੂੰ ਵਡਿਆਈ ਦੀ ਤਾਂ ਇੱਛਾ ਹੈ ਹੀ ਹੈ ਕਿ ਸਾਡੀ ਵਾਹ ਵਾਹ ਹੋਵੇ, ਸਾਡਾ ਨਾਮ ਰਹੇ। ਕੂੜਾ ਤਣੀਐ ਤਾਣ। ਸੋ ਜੋ ਕਹਿੰਦਾ ਕਿ ਮੈਂ ਉਪਾਸਨਾ ਰੂਪ ਤਾਣਾ ਤਣਦਾ, ਇਹ ਵੀ ਕਹਿਣਾ ਝੂਠਾ ਹੈ। ਕਿਉਂਕਿ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਗੁਰੂ ਜੀ ਦਾ ਸੰਪੂਰਨ ਸਤਿਕਾਰ ਆਪਾਂ ਨਹੀਂ ਕਰ ਸਕਦੇ। ਕੂੜਾ ਕੱਪੜ ਕਛੀਆ। ਜੋ ਕਹਿੰਦਾ ਕਿ ਮੈਨੂੰ ਗਿਆਨ ਹੋ ਗਿਆ, ਇਹ ਕੱਪੜੇ ਦਾ ਮੇਨ ਰੂਪ ਝੂਠ ਹੀ ਕਹਿੰਦਾ ਹੈ। ਗਿਆਨ ਗੁਣ ਕਿਸੇ ਨੂੰ ਵੀ ਨਹੀਂ ਹੁੰਦਾ। ਕਈ ਕਹਿੰਦੇ ਸਾਡੇ 'ਚ ਬਾਬਾ ਆਉਂਦਾ ਜੀ, ਰੌਲਾ ਪਾਉਣ ਲੱਗ ਪੈਂਦੇ, ਸਿਰ ਘੁਮਾਉਣ ਲੱਗ ਪੈਂਦੇ, ਬਾਹਾਂ ਘੁਮਾਉਣ ਲੱਗ ਪੈਂਦੇ। ਸਭ ਝੂਠ ਹੈ, ਫਜ਼ੂਲ ਦੀਆਂ ਬਾਤਾਂ ਹਨ। ਸੋ ਬਾਬਾ ਕੋਈ ਨਿਆਣਾ ਥੋੜ੍ਹਾ ਆ ਜਿਹੜਾ ਕਿਸੇ ਦੇ ਕੁੱਛੜ ਚੜ੍ਹ ਜਾਏ। ਏਡਾ ਵੱਡਾ ਬਾਬਾ। ਅਤੇ ਇਹ ਕਲਯੁਗੀ ਜੀਵ ਆਪ ਦਾ ਸੋ ਮਾਣ ਕਰਾਉਣ ਖਾਤਰ, ਆਪ ਦੀ ਵਡਿਆਈ ਖਾਤਰ ਜਾਂ ਆਪ ਦੀ ਪੂਜਾ ਪੈਸੇ ਖਾਤਰ ਇਹ ਸਭ ਕੁਛ ਕਰਦੇ ਨੇ। ਸੋ ਇਸ ਲਈ ਮਹਾਰਾਜ ਕਹਿੰਦੇ ਵੀ ਕਲਯੁਗੀ ਜੀਵਾਂ ਦਾ ਗਿਆਨ ਝੂਠਾ ਹੈ। ਕੂੜਾ ਪਹਿਨਣ ਮਾਣ। ਜੋ ਕਹਿੰਦਾ ਵੀ ਮੈਨੂੰ ਸਰੂਪ ਦੀ ਲਖਤਾ ਹੋ ਗਈ, ਮੈਂ ਤਾਂ ਬ੍ਰਹਮ ਗਿਆਨੀ ਬਣ ਗਿਆ, ਇਹ ਕੱਪੜੇ ਦਾ ਮੇਨਾ ਵੀ ਝੂਠਾ ਹੀ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਉਮਰ ਕੈਦ ਹੋ ਜਾਂਦੀ ਹੈ। ਮਹੱਲਾ ਪਹਿਲਾ। ਮੁੜ ਕੇ ਜੱਗ ਜ਼ਾਹਰ ਹੋ ਜਾਂਦਾ ਵੀ ਬਾਬੇ ਨੇ ਆਹ ਕੀਤਾ, ਉਹ ਕੀਤਾ, ਲੋਕ ਉਹ ਬ੍ਰਹਮ ਗਿਆਨੀ ਹੈ ਜੀ ਅਸੀਂ। ਤੋ ਇਸ ਵਾਸਤੇ ਪਾਤਸ਼ਾਹ ਪਹਿਲੇ ਸਤਿਗੁਰੂ ਜੀ ਬਿਲਕੁਲ ਸਾਫ਼ ਸਪਸ਼ਟ ਅੱਖਰਾਂ 'ਚ ਲਿਖ ਰਹੇ ਨੇ। ਕੋਈ ਵੀ ਮਹਾਰਾਜ ਨੇ ਲੁਕਾ ਛਪਾ ਨਹੀਂ ਰੱਖਿਆ। ਬੰਗਾ ਬੁਰਗੂ ਸਿੰਘੀਆਂ। ਕਲਯੁਗੀ ਜੀਵਾਂ ਦਾ ਸੁਭਾਅ ਦੱਸ ਰਹੇ ਨੇ ਸਤਿਗੁਰੂ ਨਾਨਕ ਦੇਵ ਜੀ ਕਿ ਨਮਾਜ਼ ਦਾ ਸੱਦਾ ਦੇਣ ਵਾਲੇ ਜਿਹੜੇ ਮੁੱਲਾਂ ਨੇ, ਉਹ ਨਾਦ ਵਜਾਉਣ ਵਾਲੇ ਫਕੀਰਾਂ, ਹਿਰਨ ਦੇ ਸਿੰਘ ਦਾ ਵਾਜਾ ਵਜਾਉਣ ਵਾਲੇ ਜਿਹੜੇ ਜੋਗੀ ਹਨ, ਨਾਲੇ ਮੇਰੇ ਕਲਾਣ। ਇਹਨਾਂ ਦੇ ਨਾਲ ਹੀ ਜਸ ਗਾਉਣ ਵਾਲੇ ਮਰਾਸੀ ਮਿਲੇ ਹੋਏ ਨੇ। ਅਰਥਾਤ ਇਹ ਵੀ ਸਾਰੇ
ਜੋ ਤੁਹਾਨੂੰ ਪਹਿਲਾਂ ਦੱਸਿਆ ਵੀ ਚੋਰਾਂ ਦੇ ਨਾਲ ਮਿਲੇ ਹੋਏ ਨੇ, ਯਾਰਾਂ ਨਾਲ ਮਿਲੇ ਹੋਏ ਨੇ, ਇੱਕ ਦੂਜੇ ਦੇ ਨਾਲ ਚੰਗੇ ਬੰਦੇ ਦੀ ਇਮੇਜ ਹੁੰਦੀ ਲੋਕਾਂ 'ਚ, ਉਹ ਮਾੜੇ ਬੰਦੇ ਉਹਨਾਂ ਨਾਲ ਮਿਲ ਕੇ ਅਤੇ ਗਲਤ ਕੰਮ ਨੂੰ ਅੰਜਾਮ ਦਿੰਦੇ ਨੇ। ਅਤੇ ਜਿਹੜੇ ਚੰਗੇ ਵੀ ਅਖਵਾਉਂਦੇ ਨੇ ਉਹ ਵੀ ਦੂਜਿਆਂ ਨਾਲ ਮਿਲ ਕੇ ਅੰਦਰੋਂ ਮਾੜੇ ਕੰਮ ਕਰਦੇ ਨੇ, ਅੰਦਰੋਂ ਬਾਹਰੋਂ ਮੁਖੌਟਾ ਧਰਮ ਦਾ ਪਾਇਆ ਹੋਇਆ। ਇਹ ਅੰਦਰ ਖਾਤੇ ਸਾਰੇ ਚੋਰਾਂ ਯਾਰਾਂ ਨਾਲ ਮਿਲੇ ਹੋਏ ਹਨ। ਇੱਕ ਦਾਤੇ ਇੱਕ ਮੰਗਤੇ, ਇਹਨਾਂ 'ਚੋਂ ਇੱਕ ਤਾਂ ਦਾਤੇ ਬਣੇ ਬੈਠੇ ਨੇ ਅਤੇ ਇੱਕ ਮੰਗਤੇ ਭਿਖਾਰੀ ਦਿਖਦੇ ਹਨ। ਨਾਮ ਤੇਰਾ ਪਰਵਾਨ, ਮਹਾਰਾਜ ਕਹਿੰਦੇ ਆਪਾਂ ਤਾਈਓ ਦਾ ਨਾਮ ਮੰਦਰ ਜਾਂਦੇ ਨਾ ਮਸੀਤੇ ਜਾਂਦੇ, ਕਿਸੇ ਮੁੱਲਾ ਨਾਲ ਸਾਡੀ ਯਾਰੀ ਨਹੀਂ, ਕਿਸੇ ਕਾਜੀ ਨਾਲ ਨਹੀਂ ਆਪਦਾ ਮੇਲ ਮਿਲਾਪ। ਆਪਾਂ ਤਾਂ ਮੜੀਆਂ 'ਚ ਉਜਾੜ 'ਚ ਬਹਿ ਕੇ ਮਹਾਰਾਜ ਗੁਜ਼ਾਰਾ ਕਰ ਦਿੰਦੇ ਸੀ। ਉਹ ਕਥਾ ਕੀਰਤਨ ਵੀ ਕਰਨਾ, ਉੱਥੇ ਜਿੱਥੇ ਬਹਿਣਾ ਉੱਥੇ ਹੀ ਕਹਿਣਾ ਰਬਾਬ ਵਜਾ। ਕੋਈ ਜਗ੍ਹਾ ਥੋੜ੍ਹਾ ਲੱਭਦੇ ਸੀ ਵੀ ਥੜਾ ਬਣਿਆ ਹੋਵੇ ਜਾਂ ਲੋਕ ਬੈਠੇ ਹੋਣ। ਅਤੇ ਇਸ ਲਈ ਮਹਾਰਾਜ ਕਹਿੰਦੇ ਵੀ ਸਾਡਾ ਕਿਸੇ ਨਾਲ ਸੰਬੰਧ ਨਹੀਂ, ਸਭ ਝੂਠ ਹੈ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਸਾਨੂੰ ਤਾਂ ਹੀ ਵਾਹਿਗੁਰੂ ਤੇਰਾ ਨਾਮ ਹੀ ਪ੍ਰਵਾਨ ਹੈ। ਨਾਮ ਕੋਈ ਜਪਦਾ ਨਹੀਂ। ਦੱਸੋ ਕੌਣ ਜਪਦਾ? ਜਿਹੜੇ ਧਰਮੀ ਖਵਾਉਂਦੇ ਜਪਦੇ ਨੇ? ਬਿਲਕੁਲ ਨਹੀਂ। ਪਰਚੀਆਂ ਕੱਟਣ ਆ ਜਾਣਗੇ, ਗ੍ਰਾਹੀ ਕਰਨ ਦੀਆਂ ਬੋਰੀਆਂ ਸੁੱਟ ਜਾਣਗੇ। ਕਿਸ ਨੂੰ ਕਹੋ ਵੀ ਨਾਮ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਓ, ਕੋਈ ਰੱਬ ਦਾ ਨਾਮ ਸੁਣਾ ਕੇ ਸਾਨੂੰ ਜੋੜ ਕੇ ਜਾਓ। ਬਿਲਕੁਲ ਨਹੀਂ। ਸਭ ਮਾਇਆ ਇਕੱਠੀ ਕਰਨ ਦਾ ਸਟੰਟ ਹੈ। ਨਾਨਕ ਜਿਨੀ ਸੁਣ ਕੇ ਮੰਨਿਆ, ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਤੇਰਾ ਨਾਮ ਸੁਣ ਕੇ ਤੇ ਮੰਨ ਲਿਆ ਹੈ, ਹਉ ਤਿਨਾ ਵਿਟਹੁ ਕੁਰਬਾਨ, ਉਹਨਾਂ ਦੇ ਉੱਪਰੋਂ ਮੈਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਸੋ ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾਂ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੈ, ਹਉ ਸਦ ਕੁਰਬਾਨੇ ਜਾਉ। ਕਿਉਂਕਿ ਬਿਨਾਂ ਝੂਠ ਤੋਂ, ਬਿਨਾਂ ਫਰੇਬ ਤੋਂ, ਉਹਨਾਂ ਗਲਤ ਲੋਕਾਂ ਦੇ ਨਾਲ ਮਿਲਣ ਤੋਂ ਬਗੈਰ ਗੁਜ਼ਾਰਾ ਨਹੀਂ। ਪਰ ਫਿਰ ਵੀ ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਜੇ ਕੋਈ ਨਾਮ ਜਪਣ ਵਾਲਾ ਗੁਰਮੁਖ ਹੈ ਅਤੇ ਮੈਂ ਉਹਦੇ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਵੀ ਉਹ ਬਹੁਤ ਵੱਡਾ ਸੂਰਮਾ ਹੈ, ਬੜਾ ਤਗੜਾ ਬੰਦਾ ਹੈ ਜਿਹੜਾ ਬਚ ਕੇ ਰਹਿ ਰਿਹਾ ਹੈ। ਪੌੜੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਕਰਪਸ਼ਨ ਹੈ। ਪੌੜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਮਾਇਆ ਮੋਹ ਸਭ ਕੂੜ ਹੈ, ਪਰ ਅਸਲ ਦੇ ਵਿੱਚ ਗੁਰਮੁਖੋ ਜੋ ਮਾਇਆ ਦਾ ਮੋਹ ਹੈ ਇਹ ਸਭ ਝੂਠ ਹੀ ਹੈ। ਕੂੜ ਹੋਏ ਗਈਆਂ, ਹਰ ਅੰਤ ਨੂੰ ਝੂਠਾ ਹੀ ਹੋ ਜਾਵੇਗਾ। ਮੈਂ ਝਗੜਾ ਪਾਇਓ ਨਾ, ਜਿੰਨੇ ਵੀ ਝਗੜੇ ਨੇ ਸਭ ਹੰਗਤਾ ਮਮਤਾ ਕਰਕੇ ਹੁੰਦੇ ਨੇ, ਔਰ ਉਹ ਜੰਮਣ ਅਤੇ ਮਰਨ ਦੇ ਚੱਕਰ ਦੇ ਵਿੱਚ ਪਾਉਂਦੇ ਹਨ। ਇਸ ਲਈ ਝਗੜਾ ਕਿਸੇ ਵੀ ਕੀਮਤ 'ਤੇ ਨਾ ਕਰੋ। ਕੋਈ ਲੱਖ ਰੁਪਈਆ ਮੰਗਦਾ ਸੁੱਟ ਦਿਓ, ਜੋ ਕੁਛ ਜਾਂਦਾ ਜਾਣ ਦਿਓ। ਕਿਸੇ ਕੋ ਮੈਂ ਸੁਣਿਆ ਭਾਵੇਂ ਸਾਰੀ ਪੈਲੀ ਵਿਕ ਜਾਏ ਪਰ ਆਪ ਦੇ ਸਕੇ ਭਰਾ ਨੂੰ ਇੱਕ ਚੱਪਾ ਨਹੀਂ ਦੇਣੀ। ਅਤੇ ਸੱਚਮੁੱਚ ਹੀ ਮੈਂ ਅੱਖਾਂ ਨਾਲ ਵੇਖਿਆ, ਸਾਡਾ ਹੀ ਸਿੰਘ ਸੀਗਾ, ਉਹਦੇ ਪਿਓ ਨੇ ਇਹੋ ਜਿਹਾ ਝਗੜਾ ਪਾਇਆ, ਉਹ ਹੁਣ ਪਛਤਾਉਂਦਾ ਵੀ ਜੇ ਨਿਬੇੜ ਦਿੰਦੇ। ਆਖਰ ਤਾਂ ਹੈ ਤਾਂ ਚਾਚਾ ਹੀ ਸੀਗਾ, ਭਰਾ ਹੀ ਸੀਗਾ, ਸਕਾ ਭਰਾ। ਅੰਮਾ ਜਾਏ ਜਿਹੜੇ ਇਹੋ ਜਿਹੇ ਦਿਨਾਂ 'ਚ ਸਗੀ ਮਾਂ ਦੇ ਗੋਡੇ ਕੋਲ ਫੱਟੀ 'ਤੇ ਬਹਿ ਕੇ ਸਾਗ ਅਤੇ ਮੱਕੀ ਦੀਆਂ ਰੋਟੀਆਂ ਖਾਂਦੇ ਹੁੰਦੇ, ਕਿੰਨਾ ਪਿਆਰ ਹੁੰਦਾ ਸੀ ਇੱਕ ਦੂਜੇ ਨਾਲ। ਪਤਾ ਨਹੀਂ ਕੀ ਹੋ ਗਿਆ। ਵਿਆਹ ਕੋਈ ਗੁਨਾਹ ਤਾਂ ਨਹੀਂ ਹੈ, ਤੋ ਇਸ ਲਈ ਇਹ ਬਹੁਤ ਵੱਡਾ ਗੁਨਾਹ ਬਣ ਗਿਆ ਅੱਜ ਕੱਲ੍ਹ ਦੇ ਸਮੇਂ ਵਿੱਚ। ਮਨ 'ਚ ਦੁਬਿਧਾ ਪੈ ਗਈ। ਵਕੀਲਾਂ ਨੂੰ ਦੇਈ ਜਾਓ, ਜੱਜਾਂ ਨੂੰ ਰੋੜੀ ਜਾਓ। ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਗੁਰਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤਖਤ ਦਾ ਝਗੜਾ ਦੋ ਕਮੇਟੀਆਂ ਦਾ 2-3 ਦਿਨ ਮੀਟਿੰਗਾਂ ਕਰਕੇ ਬਹਿ ਕੇ ਨਿਬੇੜਿਆ ਵੀ ਤਖਤ ਦੀ ਮਾਇਆ, ਗੁਰੂ ਦੀ ਗੋਲਕ ਤੁਸੀਂ ਕਚਹਿਰੀਆਂ 'ਚ ਕਿਉਂ ਬਰਬਾਦ ਕਰ ਰਹੇ ਹੋ। ਬਿਲਕੁਲ ਗਲਤ ਗੱਲ ਹੈ ਝਗੜਾ ਕਰਨਾ। ਸੋ ਰੱਬ ਦੇ ਘਰ ਦੇਣਾ ਪਏਗਾ, ਜੰਮਣ ਮਰਨ ਦਾ ਚੱਕਰ ਹੋਏਗਾ। ਦੁਨੀਆ ਵਿੱਚ ਵੀ ਬਰਬਾਦੀ ਹੈ। 10 ਕਿੱਲੇ ਪੈਲੀ ਹਰਿਆਣੇ ਦੇ ਵਿੱਚ ਉਹਨਾਂ ਦੀ ਵਿਕ ਗਈ ਵਕੀਲਾਂ ਦੇ ਝਗੜਿਆਂ 'ਚ। ਇਸ ਲਈ ਖਾਸ ਕਰਕੇ ਅੰਮਾਂ ਜਾਇਆਂ ਨਾਲ ਝਗੜਾ ਨਾ ਕਰੋ, ਸੱਤ ਬਗਾਨੇ ਨਾਲ ਵੀ ਨਾ ਕਰੋ।
ਮਹਾਰਾਜ ਕਹਿੰਦੇ ਵੀ ਝਗੜੇ ਨੂੰ ਨਿਬੇੜ ਦਿਓ, ਜੋ ਕੋਈ ਮੰਗਦਾ ਉਹਨੂੰ ਦੇ ਕੇ ਖਹਿੜਾ ਛਡਾਓ। ਸ਼ਾਂਤੀ ਚਾਹੀਦੀ ਹੈ, ਪੈਸੇ ਦੀ ਲੋੜ ਨਹੀਂ ਹੈ। ਝਗਣ ਜਗ ਮੁਆ। ਸਭ ਦੁਨੀਆ ਝਗੜਿਆਂ 'ਚ ਪਈ ਹੋਈ ਹੈ। ਕਿੱਡਾ ਤਗੜਾ ਬਿਜ਼ਨਸ ਹੈ ਵਕੀਲਾਂ ਦਾ, ਵੇਖੋ ਉਹ 2 ਗੱਲਾਂ ਦੇ 50,000 ਰੁਪਈਆ ਲੈ ਲੈਂਦੇ ਨੇ। ਗੁਰਮੁਖ ਝਗੜ ਚਕਾਇਓ। ਤੁਸੀਂ ਗੁਰਦੁਆਰੇ ਦੇ ਬੰਦੇ ਹੋ, ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਹੀ ਝਗੜੇ ਨੂੰ ਖਤਮ ਕਰ ਦਿੰਦੇ ਨੇ, ਮੇਟ ਦਿੰਦੇ ਨੇ। ਇੱਕੋ ਰਾਵ ਰਹਿਆ। ਇੱਕ ਵਾਰੀ ਦੇ ਕੇ ਨਿਬੇੜ ਦਿਓਗੇ। ਪਰਮਾਤਮਾ ਤਾਂ ਵੇਖਦਾ, ਜੇ ਤੁਸੀਂ ਸੱਚੇ ਹੋ ਰੱਬ ਤੁਹਾਨੂੰ ਦੁੱਗਣਾ ਦੇਵੇਗਾ। ਮੈਂ ਤਾਂ ਕਈਆਂ ਨੂੰ ਵੇਖਿਆ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜਿਹੜਾ ਵਾਹਿਗੁਰੂ ਹੈ ਉਹ ਸਭਨਾਂ 'ਚ ਮਿਲ ਰਿਹਾ ਹੈ। ਕਿਸੇ ਦਾ ਮਨ ਸ਼ਾਂਤ ਕਰ ਦਿਓਗੇ, ਰੱਬ ਤੁਹਾਨੂੰ ਵੀ ਅਸੀਸ ਦੇਵੇਗਾ। ਸਭ ਆਤਮ ਰਾਮ ਪਛਾਣਿਆ। ਸਾਰੇ ਆਪਣਾ ਆਪ ਹੀ ਰਮਿਆ ਹੋਇਆ ਪਹਿਚਾਨਣਾ ਕੀਤਾ ਹੈ। ਭਉ ਜਲ ਤਰ ਗਿਆ। ਇੰਜ ਗੁਰਮੁਖ ਸੰਸਾਰ ਸਮੁੰਦਰ ਕੋਲੋਂ ਤਰ ਗਏ ਨੇ, ਤੇ ਤੁਸੀਂ ਵੀ ਤਰਨ ਬਾਰੇ ਸੋਚੋ ਕਿ ਝਗੜਾ ਮਨ ਦੇ ਵਿੱਚੋਂ ਖਤਮ ਕਰ ਦਿਓ। ਗੁਰਦੁਆਰੇ ਬਹਿ ਕੇ ਤਾਂ ਕੀ ਭਲਾ ਝਗੜਾ ਕਰਨਾ। ਮੈਂ ਤਾਂ ਹੈਰਾਨ ਹਾਂ ਵੀ ਸੇਵਾ ਪਿੱਛੇ ਝਗੜਾ, ਇਹ ਫਿਰ ਸੇਵਾ ਤਾਂ ਨਾ ਹੋਈ। ਜਿਹੜੀ ਸੇਵਾ ਹੈ ਅਸਲੀ ਸੇਵਾ ਤੋ ਜਿੰਨਾ ਕਰਨੀ ਉਹ ਤਾਂ ਕਰੀ ਜਾਂਦੇ ਨੇ। ਇਹ ਝਗੜਾ ਹੀ ਸਾਰਾ ਪੈਸੇ ਦਾ ਅਤੇ ਹਉਮੈ ਦੇ ਪੱਠੇ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਗੁਰਮੁਖ ਬਣੋ ਭਾਈ। ਜੋਤ ਸਮਾਣੀ ਜੋਤ ਵਿੱਚ। ਜਿਹੜੇ ਗੁਰਾਂ ਦਾ ਬਚਨ ਮੰਨ ਲੈਂਦੇ ਨੇ ਉਹਨਾਂ ਗੁਰਮੁਖਾਂ ਦੀ ਪਰਤਕ ਜੋਤ ਅਦਵੈਤ ਜੋਤੀ ਵਿੱਚ ਸਮਾ ਗਈ ਹੈ। ਹਰਿ ਨਾਮ ਸਮਾਇਆ। ਜਿਨ੍ਹਾਂ ਦਾ ਮਨ ਹਰੀ ਨਾਮ ਦੇ ਵਿੱਚ ਮਿਲਿਆ ਰਹਿੰਦਾ, ਭਾਵ ਹਰ ਵਕਤ ਨਾਮ ਜਪਦਾ ਰਹਿੰਦਾ ਹੈ, ਉਹਨਾਂ ਦੀ ਪਰਤਕ ਜੋਤ ਵਾਹਿਗੁਰੂ ਦੇ ਵਿੱਚ ਸਮਾ ਗਈ ਹੈ। ਪਹਿਲਾ ਇੱਥੋਂ ਸਾਧ ਸੰਗਤ ਜੀਓ ਨਵਾਂ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਇਸ ਵਾਸਤੇ ਪਹਿਲੇ ਸ਼ਬਦ ਦੀ ਸੰਪੂਰਨਤਾ ਹੋਈ ਹੈ। ਆਪਾਂ ਸਮਾਪਤੀ ਕਰਦੇ ਹਾਂ ਜੀ। ਭੁੱਲ ਚੋਂ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਸਭ ਆਤਮ ਰਾਮ ਪਛਾਣਿਆ। ਭਉ ਜਲ ਤਰ ਗਿਆ। ਜੋਤ ਸਮਾਣੀ ਜੋਤ ਵਿੱਚ। ਹਰ ਨਾਮ ਸਮਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਗੁਰਪੁਰਬ ਹੈ। ਆਪ ਸਭਨਾਂ ਨੂੰ ਇੱਕ ਵਾਰ ਗੁਰੂ ਘਰ ਵੱਲੋਂ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੂਨਾ ਮੰਡੀ ਲਾਹੌਰ ਸ਼ਹਿਰ ਦੇ ਵਸਨੀਕ ਸੀ। ਉੱਥੇ ਪਾਤਸ਼ਾਹ ਦਾ ਅਵਤਾਰ ਹੋਇਆ। ਗੁਰੂ ਨਾਨਕ ਸ਼ਾਹੀ ਸੰਮਤ 65 ਸੀਗਾ। 1581 ਬਿਕਰਮੀ ਕੱਤਕ ਵਦੀ ਦੂਜ ਵੀਰਵਾਰ 2 ਨਵੰਬਰ 1534 ਈਸਵੀ ਨਛੱਤਰ ਚਿਤਰਾ ਸੀਗਾ। ਸਵਾ ਪੈਰ ਦੇ ਤੜਕੇ ਜਦ ਸਾਹਿਬਾਂ ਨੇ ਅਵਤਾਰ ਧਾਰਿਆ ਅਤੇ ਮਹਾਂਪੁਰਖਾਂ ਦੀ ਰਸਨਾ ਤੋਂ ਮੈਂ ਕਥਾ ਸੁਣੀ ਹੈ। ਕਹਿੰਦੇ ਰਾਵੀ ਦੁੱਧ ਦਾ ਪਾਕੀ ਵਰਿਆ, ਇੰਨੀ ਕੁਦਰਤ ਨੇ ਖੁਸ਼ੀ ਮਨਾਈ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ। ਬੇਅੰਤ ਬਖਸ਼ਿਸ਼ਾਂ ਹੋਈਆਂ। ਸ੍ਰੀ ਗੁਰੂ ਰਾਮਦਾਸ ਜੀ ਦੀ ਕਥਾ, ਕਿਉਂਕਿ ਮੇਰਾ ਟਾਈਮ 11 ਤੋਂ 12 ਵੀ ਹੈ, ਉਦੋਂ ਆਪ ਦੀ ਸੇਵਾ ਕਰਾਂਗੇ। 11 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰੂ ਰਾਮਦਾਸ ਜੀ ਦੇ ਪਾਵਨ ਇਤਿਹਾਸ 'ਤੇ ਝਾਤ ਮਾਰਾਂਗੇ। ਇੱਥੇ ਹੁਣ ਖਿਮਾ ਬਖਸ਼ੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।